तीरथ हर दर्शन की उत्तम बात है संतो। हर दर्शन की उत्तम बात है संतो। सेवक सिख पूजन सब आवे, सेवक सिख पूजन सब आवे, सब गावे हर हर उत्तम बानी, सब गावे हर हर उत्तम बानी। गावे सुनिया तिनका हर थाए पावे, गावे सुनिया तिनका हर थाए पावे। जिन सतगुर की आज्ञा सत सत कर माने, हर दर्शन की उत्तम बात है संतो। हर दर्शन की उत्तम बात है संतो। आपे गुर चेला है आपे, आपे गुर चेला है आपे, आपे हर प्रभ चोज विराने, आपे हर प्रभ चोज विराने। जन नानक आप मिलाए सोई हर मिलसी, जन नानक आप मिलसी। अवर सब त्याग ओ हाँ हर पानी, हर दर्शन की उत्तम बात है संतो। हर दर्शन की उत्तम बात है संतो। हर कथा जिन जन हो जाने, हर कथा जिन जन हो जाने, बोलो पाई हर किरत, बोलो पाई हर किरत। हर पाव जल तीरथ हर दर्शन की उत्तम बात है संतो। हर उत्तम बात है संतो। हर दर्शन की उत्तम बात है संतो।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਅੱਜ ਇੱਕ ਵਾਰ ਫਿਰ ਸੈਟਰਡੇ ਕਲਾਸ ਵਿੱਚ ਆਈ ਹੋਈ ਸੰਗਤ ਨੂੰ ਜੀ ਆਇਆਂ ਆਖਦੇ ਹਾਂ। ਐਂਡ ਵੀ ਆਰ ਵੈਰੀ ਥੈਂਕਫੁਲ ਟੂ ਗੁਨੀਤ ਜੀ ਕਿ ਉਹ ਹਰ ਵਾਰੀ ਸਾਡੇ ਵਾਸਤੇ ਇੱਕ ਨਵਾਂ ਔਰ ਬਹੁਤ ਹੀ ਵਧੀਆ ਸ਼ਬਦ ਤਿਆਰ ਕਰਕੇ ਸਾਡੇ ਨਾਲ ਸਾਂਝ ਕਰਦੇ ਨੇ। ਤੇ ਜਿਵੇਂ ਕਿ ਅਸੀਂ ਸਾਰੇ ਇਸ ਗੱਲ ਨਾਲ ਬਹੁਤ ਬਿਹਤਰ ਤਰੀਕੇ ਨਾਲ ਜਾਣੂ ਹਾਂ ਕਿ ਸਾਡਾ ਟੌਪਿਕ ਸਿਮਰਨ ਦੀਆਂ ਬਰਕਤਾਂ ਚੱਲ ਰਿਹਾ ਹੈ। ਪਲੱਸ ਇਹ ਵੀ ਹੈ ਕਿ ਇਹ ਜਿਹੜਾ ਕਲਾਸ ਦਾ ਐਫਰਟ ਹੈ ਔਰ ਜ਼ਰੀਆ ਹੈ ਉਸ ਦਾ ਮਕਸਦ ਬਿਲਕੁਲ ਜੋ ਵੀਰ ਜੀ ਦੀ ਪਿਛਲੇ 26-27 ਸਾਲ ਦੀ ਮਿਹਨਤ ਹੈ ਕਿ ਅਸੀਂ ਗੁਰੂ ਨਾਨਕ ਦੀ ਗੱਲ ਨੂੰ ਕਿਵੇਂ ਜੀ ਸਕਦੇ ਹਾਂ ਔਰ ਉਹਨੂੰ ਆਪਣੀ ਲਾਈਫ ਦਾ ਪਾਰਟ ਬਣਾ ਸਕਦੇ ਹਾਂ ਔਰ ਉਹਦੇ ਵਿੱਚੋਂ ਕਿਵੇਂ ਅਸੀਂ ਵਧੀਆ ਵਧੀਆ ਕੁਆਲਿਟੀਜ਼ ਸਿੱਖ ਕੇ ਆਪਣੇ ਆਪ ਨੂੰ ਇੰਪਰੋਵਾਈਜ਼ ਕਰ ਸਕਦੇ ਹਾਂ। ਔਰ ਮੈਨੂੰ ਇਹ ਸਾਂਝ ਕਰਦਿਆਂ ਹੋਇਆਂ ਬੜੀ ਖੁਸ਼ੀ ਹੁੰਦੀ ਹੈ ਕਿ ਅਸੀਂ ਹੁਣੇ ਵੀ ਜਦੋਂ ਬੰਗਲਾ ਸਾਹਿਬ ਅੱਜ ਕੱਲ੍ਹ ਸਾਡਾ ਸਟਾਲ ਲੱਗ ਰਿਹਾ ਹੈ ਤੇ ਈਵਨ ਆਫਟਰ 25-26 ਈਅਰਸ ਸਾਡੇ ਨਾਲ ਨਵੀਂ ਸੰਗਤ ਤੋਂ ਲੋਕ ਮਿਲਦੇ ਨੇ ਤੇ ਜਦੋਂ ਅਸੀਂ ਸੰਗਤ ਨਾਲ ਗੁਰੂ ਨਾਨਕ ਪਾਤਸ਼ਾਹ ਦੇ ਫਲਸਫਿਆਂ ਚੋਂ ਕੋਈ ਇੱਕ ਵੀ ਗੱਲ ਸਾਂਝ ਕਰਦੇ ਹਾਂ ਤਾਂ ਉਹ ਗਦ ਹੋ ਉੱਠਦੇ ਨੇ ਤੇ ਉਹ ਸਾਰਾ ਕੁਝ ਤਾਂ ਹੀ ਹੋ ਪਾਉਂਦਾ ਹੈ ਜਦੋਂ ਅਸੀਂ ਆਰਗੇਨਾਈਜੇਸ਼ਨ ਰੂਪ ਵਿੱਚ ਐਫਰਟਸ ਕਰਦੇ ਹਾਂ ਜਿਹਦੇ ਵਿੱਚ ਤੁਹਾਡੀ ਸਭ ਦੀ ਬਹੁਤ ਮਿਹਨਤ ਟਾਈਮ ਸਾਰਾ ਕੁਝ ਤੁਸੀਂ ਸਾਡੇ ਨਾਲ ਆਪਣਾ ਯੋਗਦਾਨ ਪਾਉਂਦੇ ਹੋ। ਪਲੱਸ ਜਿਵੇਂ ਕਿ ਟੌਪਿਕ ਵੰਡ ਛਕਣ ਬਾਰੇ ਚੱਲ ਹੀ ਰਿਹਾ ਹੈ ਔਰ ਅਸੀਂ ਸਾਰੇ ਜਾਣਦੇ ਹਾਂ ਕਿ ਗੁਣਵੰਤ ਮੰਮੀ ਸਾਡੇ ਤੋਂ ਇੱਕ ਹਫ਼ਤਾ ਪਹਿਲੇ ਸਰੀਰਕ ਵਿਛੋੜਾ ਜਿਹੜਾ ਲੈ ਚੁੱਕੇ ਨੇ। ਬਟ ਫਿਰ ਵੀ ਅਸੀਂ ਜਦੋਂ ਸੰਗਤ ਨਾਲ ਬੰਗਲਾ ਸਾਹਿਬ ਵਿੱਚ ਇਹ ਡਿਸਕਸ ਕਰਦੇ ਹਾਂ ਕਿ ਉਹਨਾਂ ਨੇ ਜੀਂਦੇ ਜੀ ਤਾਂ ਆਰਗੇਨਾਈਜੇਸ਼ਨ ਵਾਸਤੇ ਔਰ ਮਨੁੱਖਤਾ ਵਾਸਤੇ ਜੋ ਯੋਗਦਾਨ ਦਿੱਤਾ ਉਹ ਦਿੱਤਾ ਹੀ, ਬਟ ਉਹਨਾਂ ਨੇ ਜਿਹੜੀ ਆਪਣੀ ਬੋਡੀ ਡੋਨੇਟ ਕੀਤੀ ਜਿਹਦੇ ਨਾਲ ਮਨੁੱਖਤਾ ਦਾ ਭਲਾ ਹੋ ਸਕਦਾ ਹੈ ਔਰ ਹੋ ਹੀ ਰਿਹਾ ਹੈ, ਉਹਦੇ ਬਾਰੇ ਸੁਣ ਕੇ ਲੋਕ ਹੋਰ ਵੀ ਗਦ ਹੋ ਉੱਠਦੇ ਨੇ। ਪਰ ਅਸੀਂ ਸਾਰੇ ਫਿਰ ਜਾਣਦੇ ਹਾਂ ਕਿ ਇਹ ਸਾਰੀ ਗੱਲ ਦਾ ਧੁਰਾ ਗੁਰੂ ਨਾਨਕ ਪਾਤਸ਼ਾਹ ਦੀ ਮਿਹਨਤ, ਉਹਨਾਂ ਦੀ ਫਿਲਾਸਫੀ ਔਰ ਉਹਨਾਂ ਦੇ ਪਾਏ ਹੋਏ ਪੂਰਨੇ ਨੇ ਜਿਨ੍ਹਾਂ ਦੇ ਅਸੀਂ ਅੱਜ ਫਰੂਟਸ ਰੀਪ ਕਰ ਰਹੇ ਹਾਂ। ਔਰ ਇਹ ਸਾਰਾ ਜਿਹੜਾ ਇੱਕ ਸਿਸਟਮ ਹੈ, ਇੱਕ ਪ੍ਰੋਸੈਸ ਹੈ, ਇਹ ਸਾਨੂੰ ਰੋਜ਼ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਬਲਦੀ ਚਿੰਗਿਆੜੀ ਦੀ ਤਰ੍ਹਾਂ ਕੰਮ ਕਰ ਸਕਦਾ ਹੈ। ਮਤਲਬ ਕਈ ਵਾਰੀ ਮੈਂ ਸੋਚਦਾ ਕਿ ਮਨੁੱਖ ਹਮੇਸ਼ਾ ਇਹ ਸੋਚ ਰਿਹਾ ਹੁੰਦਾ ਹੈ ਕਿ ਮੇਰੇ ਕੋਲ ਜ਼ਿੰਦਗੀ ਦੇ ਵਿੱਚ ਪਦਾਰਥਕ ਤੌਰ ਤੇ ਕੀ ਕਮੀਆਂ ਹਨ ਤੇ ਅਸੀਂ ਇਸ ਬਾਰੇ ਸੋਚ ਹੀ ਨਹੀਂ ਪਾਉਂਦੇ ਹਾਂ ਕਿ ਜਦੋਂ ਮੈਂ ਆਪਣੇ ਅੱਖ ਨੱਕ ਕੰਨ ਮੂੰਹ ਸਲਾਮਤ ਦੇਖਦਾ ਤਾਂ ਆਈ ਹੈਵ ਸੋ ਮਚ ਇਨ ਫॉर ਗ੍ਰੈਟੀਟਿਊਡ। ਪਰ ਇਹ ਸੋਝੀ ਵੀ ਤਾਂ ਹੀ ਆ ਸਕਦੀ ਹੈ ਜੇ ਅਸੀਂ ਨਾਨਕ ਦੀ ਗੱਲ ਨੂੰ ਸੁਣਾਂਗੇ, ਪੜਾਂਗੇ ਤੇ ਸਮਝ ਕੇ ਆਪਣੀ ਜ਼ਿੰਦਗੀ ਦਾ ਪਾਰਟ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਸੋ ਉਹਨਾਂ ਸਾਰੀਆਂ ਕੋਸ਼ਿਸ਼ਾਂ ਵਿੱਚੋਂ ਹੀ ਅੱਜ ਦਾ ਇਹ ਟੌਪਿਕ ਹੈ ਜਿਸ ਨੂੰ ਅਸੀਂ ਤੁਹਾਡੇ ਸਾਰਿਆਂ ਨਾਲ ਵੀਰ ਜੀ ਰਾਹੀਂ ਸਾਂਝ ਕਰ ਰਹੇ ਹਾਂ, ਸਿਮਰਨ ਦੀਆਂ ਬਰਕਤਾਂ। ਤੇ ਹੁਣ ਬਹੁਤਾ ਸਮਾਂ ਨਾ ਲੈਂਦੇ ਹੋਏ ਮੈਂ ਵੀਰ ਜੀ ਨੂੰ ਰਿਕਵੈਸਟ ਕਰਾਂਗਾ ਕਿ ਪਲੀਜ਼ ਅੱਜ ਦਾ ਇਹ ਟੌਪਿਕ ਜਿੱਥੋਂ ਉਹਨਾਂ ਨੇ ਪਿਛਲੀ ਵਾਰੀ ਛੋੜਿਆ ਸੀ ਵੰਡ ਛਕਣਾ ਤੋਂ, ਪਲੀਜ਼ ਉਸਨੂੰ ਕੈਰੀ ਫਾਰਵਰਡ ਕਰਨ। ਜੀ ਵੀਰ ਜੀ। Vijay, you are mute. You're still 1 second. Let me make you co-host. Please try now.
वाहिगुरू जी का खालसा वाहिगुरू जी की फतेह। नमस्कार, अस्सलाम वालेकुम। आवाज ठीक है अमन जी? जी वीर जी। ਅਸੀਂ ਆਪਣੇ ਲਿਵਿੰਗ ਕਲਚਰ ਦੇ ਪ੍ਰੋਗਰਾਮ ਵਿੱਚ ਜਿਹੜਾ 25-26 ਸਾਲਾਂ ਤੋਂ ਚੱਲ ਰਿਹਾ ਹੈ, ਇਹਦਾ ਨਾਂ ਰੱਖਿਆ ਹੈ ਜੀਵਨ ਜਾਚ ਦਾ ਖਜ਼ਾਨਾ। ਔਰ ਇਹ ਜੀਵਨ ਜਾਚ ਦਾ ਖਜ਼ਾਨਾ ਰਿਗਾਰਡਲੈਸ ਕਾਸਟ, ਕਲਰ, ਕ੍ਰੀਡ, ਵਿਦਆਊਟ ਐਨੀ ਡਿਸਕ੍ਰਿਮੀਨੇਸ਼ਨ ਅਸੀਂ ਸਾਰੀ ਮਨੁੱਖਤਾ ਦੇ ਭਲੇ ਵਾਸਤੇ ਇਹਦੇ ਚੋਂ ਸਿੱਖਣ ਵਾਸਤੇ ਉਪਰਾਲਾ ਕਰਦੇ ਹਾਂ। ਇਸ ਪ੍ਰੋਗਰਾਮ ਵਿੱਚ ਮੈਕਸਿਮਮ ਸਾਡੀ ਸੋਰਸ ਆਫ ਵਿਜ਼ਡਮ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਅਸੀਂ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਪੂਰੇ ਵਰਲਡ ਚੋਂ ਇਹਦੇ ਜਿਹੜੇ ਮੈਂਬਰ ਬਣਦੇ ਨੇ, ਅਸੀਂ ਉਹਨਾਂ ਨੂੰ ਉਹਨਾਂ ਦੇ ਸਵਾਲ ਪੁੱਛਣ ਤੇ ਉਹਨਾਂ ਨੂੰ ਆਨਸਰ ਕਰਦੇ ਆ। ਜਦੋਂ ਸਵਾਲ ਪੁੱਛਦੇ ਨੇ ਕਿ ਲਿਵਿੰਗ ਟ੍ਰੈਜਰ ਸੰਸਥਾ ਦਾ ਮੈਂਬਰ ਕਿਵੇਂ ਬਣ ਸਕਦੇ ਨੇ, ਤਾਂ ਅਸੀਂ ਉਹਨਾਂ ਨੂੰ ਕਹਿੰਦੇ ਆ ਇਹ ਸੰਸਥਾ ਕੋਈ ਧੜਾ ਨਹੀਂ ਹੈ, ਕੋਈ ਗਰੁੱਪ ਨਹੀਂ ਹੈ, ਕੋਈ ਮਨੀ ਮੇਕਿੰਗ ਗੇਮ ਨਹੀਂ ਹੈ, ਕੋਈ ਵਨ ਮੈਨ ਸ਼ੋ ਨਹੀਂ ਹੈ। ਇਹਦੇ ਚ ਜੋ ਅਸੀਂ ਗੋਡ ਲਾਈਕ ਕੁਆਲਿਟੀਜ਼ ਦੇ ਟ੍ਰੈਜਰਸ ਨੂੰ ਡਿਸਕਸ ਕਰਦੇ ਆ ਨਾ, ਉਹਨੂੰ ਬਸ ਜੀਣਾ ਹੈ। ਜੇ ਤੁਸੀਂ ਜੀਂਦੇ ਹੋ, ਮਾਨੋ ਤੁਸੀਂ ਲਿਵਿੰਗ ਟ੍ਰੈਜਰ ਦੇ ਮੈਂਬਰ ਹੋ। ਜੇ ਤੁਸੀਂ ਜੀਂਦੇ ਹੋ, ਮਾਨੋ ਤੁਸੀਂ ਲਿਵਿੰਗ ਟ੍ਰੈਜਰ ਪ੍ਰੋਗਰਾਮ ਦਾ ਫਾਰਮ ਭਰ ਦਿੱਤਾ। ਫੀਸ ਕੀ ਹੈ? ਫੀਸ ਹੈ ਇਹਨੂੰ ਪ੍ਰੈਕਟੀਕਲ ਲਿਵਿੰਗ ਵਿੱਚ ਜੀਣਾ। ਸੋ ਸਾਡੇ ਇਸ ਪ੍ਰੋਗਰਾਮ ਵਿੱਚ ਅਸੀਂ ਅੱਜ ਜਦੋਂ ਡਿਸਕਸ ਕਰ ਰਹੇ ਹਾਂ, ਤਾਂ ਅਸੀਂ ਪਿਛਲੇ ਕਈ ਹਫ਼ਤਿਆਂ ਤੋਂ ਇੱਕ ਬਹੁਤ ਕੀਮਤੀ ਜੀ ਆਈ ਵੁੱਡ ਰਿਕੁਐਸਟ, ਸੌਰੀ ਮੈਂ ਤੁਹਾਨੂੰ ਵਿੱਚ ਰੋਕਿਆ ਹੈ, ਸਾਡੇ ਨਾਲ ਡਿਊ ਟੂ ਬੰਗਲਾ ਸਾਹਿਬ ਤੇ ਹੋਰ ਕਾਫੀ ਸਾਰੀ ਆਰਗੇਨਾਈਜੇਸ਼ਨਸ ਤੋਂ ਨॉन ਸਿੱਖ ਫੈਮਿਲੀਜ਼ ਵੀ ਨੇ, ਤੇ ਇਫ ਯੂ ਕੈਨ ਸ਼ੇਅਰ ਇਨ ਹਿੰਦੀ ਐਜ਼ ਵੈਲ। ਹਾਂਜੀ, we have lot of new audience today, so if you can share in Hindi as well. हिंदी? जी वीर जी, थैंक यू वीर। अच्छा, मैं मिक्स कर लूंगा। ठीक है वीर जी। जो हम प्रोग्राम करते हैं द लिविंग ट्रेजर 25-26 साल से, इसका नाम है जीवन जाच का खजाना, और ये हम वर्ल्ड वाइड करते हैं। और ये रेस्ट्रिक्टेड टू वन रिलीजन नहीं है, बल्कि ये ह्यूमैनिटी का, इक्वालिटी का, इंसानियत का प्रोग्राम है। अपने प्रोग्राम में हम बिना किसी डिस्क्रिमिनेशन के, बिना किसी स्टेटस, कलर, कास्ट, जेंडर के, हम इस प्रोग्राम में गॉड लाइक क्वालिटीज के ट्रेजर्स को डिस्कस करते हैं। उसको कोई भी इंसान जी सकता है। इसकी फीस कोई नहीं होती है। लोग वर्ल्ड वाइड पूछते हैं लिविंग ट्रेजर का मेंबर कैसे बने। इसकी फीस है जो हम ट्रेजर को डिस्कस करते हैं, अगर उसको प्रैक्टिकल लाइफ में अप्लाई करके जिया जाए तो आप लिविंग ट्रेजर के मेंबर हैं। ये इसकी फीस है। यही इसका फॉर्म है कि अपने आप को इस प्रोग्राम में इन्वॉल्व करेंगे। जब हम इन्वॉल्व करेंगे तो हम आप सीख सीख के अपने ऊपर और अपने परिवार में इसको अप्लाई करेंगे। और इन्वॉल्व होके फॉर्म भरना यही होगा कि हम दूसरों के दिलों में अपना नाम भरेंगे विद गुड बिहेवियर, इंसानियत भरपूर बिहेवियर से। जो फिल इन दी ब्लैंक्स होता है ना, उसको भरेंगे तो मानो हमने लिविंग ट्रेजर का फॉर्म भर दिया, हम इस संस्था के मेंबर हैं। सो ये पर्टिकुलरली किसी एक रिलीजन को नहीं, अगेन ये इंसानियत के, ह्यूमैनिटी के, ह्यूमैनिज्म की बात को हम लिविंग ट्रेजर में करते हैं। आप हिंदू हैं कि मुसलमान हैं कि सिख हैं कि ईसाई हैं, किस मजहब के हैं, इट डजंट मैटर। सिर्फ हम बात ये कर रहे हैं कि जिस गॉड, खुदा, अल्लाह, वाहगुरु, राम की दुनिया बात करती है, उसकी क्वालिटीज को कैसे जिए। अगर वो वाली क्वालिटीज जिनको हम आइडियल्स बोलते हैं, वर्च्यूज बोलते हैं, अगर हम उनको जीते हैं तो मानो हम स्टेट ऑफ मेडिटेशन में हैं। तो मानो हमारी अवस्था जो है वो सिमरन की अवस्था है। क्योंकि इन चीजों को, ये जो गॉड लाइक क्वालिटीज हैं, इनको हम बोलते हैं ब्लेसिंग्स, आशीष,
आशीर्वाद। अगर कोई किसी को बेस्ट विशेस देता है तो वो बोलता है सुखी रहो, प्यार बांटो, समाज की सेवा करो, ऐसे वो बोलता है ना। तो अगर हम इन ब्लेसिंग्स को जीते हैं तो ये ब्लेसिंग्स बिलोंग टू गॉड, और ये क्वालिटीज जो हैं जब हम इनको जीते हैं तो इसको सिमरन की अवस्था बोलते हैं। सिमरन दिया बरकतां पंजाबी च ਅਸੀਂ बोलते हैं। सो ਅਸੀਂ 5-6 पॉइंट्स ਇਹਦੇ ਵਿੱਚ डिस्कस कर चुके हैं। हाँ जी, 1 by 1 अमन जी कैन यू फ्लिप दैट। पहला पॉइंट सी एक अकाल पुरख ते निश्चय रखना, है ना, फेथफुली बिलीविंग इन वन इमॉर्टल बीइंग। सो इस कुदरत में एक यूनिक लॉ चल रहा है, और वो लॉ इटसेल्फ अपने आप में, ये कुदरत के जो नियम है हर किसी के भले के लिए है, किसी के साथ डिस्क्रिमिनेशन नहीं करते हैं, वो किसी का पक्षपात नहीं करता है, किसी नाल फेवर या डिसफेवर नहीं करता है। उसे एक अकाल पुरख, एक रब, एक खुदा, ओमनी प्रेजेंस ऑफ गॉड कहते हैं। हाँ जी, ਜਦੋਂ ਅਸੀਂ ਇਸ ਤਰ੍ਹਾਂ ਬਿਲੀਵ ਕਰਕੇ ਜੀਣਾ ਸ਼ੁਰੂ ਕਰਦੇ ਹਾਂ, ਮਾਨੋ ਅਸੀਂ ਸਿਮਰਨ ਦੀਆਂ ਬਰਕਤਾਂ ਪ੍ਰਾਪਤ ਕਰ ਰਹੇ ਹਾਂ, ਉਹਨਾਂ ਨੂੰ ਪ੍ਰੈਕਟੀਕਲੀ ਲਿਵ ਕਰ ਪਾ ਰਹੇ ਹਾਂ। ਸੋ देयर कैन बी मिलियंस ऑफ दैट। ਉਹਨੂੰ ਕਹਿੰਦੇ ਨੇ ਗੁਰ ਸਾਗਰ ਰਤਨੀ ਭਰਪੂਰ ਹੈ। ਗੁਰੂ ਦਾ ਸਾਗਰ, ਰੱਬ ਦੇ ਗੁਣਾਂ ਦਾ ਸਾਗਰ, ओशन फुल ऑफ जूल्स एंड जेम्स है, वैल्यूएबल ओदा अमूल गुणा दा आप व्यापार करते हैं। सो दूजा पॉइंट असी डिस्कस किया सी, हमने विचारा रोजाना अपनी जिंदगी को सोधना, डूइंग सेल्फ इंट्रोस्पेक्शन डेली एंड वर्किंग ऑन वंस वाइसेस। तो हम अपने फ्लॉज को चेक करते हैं, इंट्रोस्पेक्शन करते हैं कि वेयर आई एम रॉन्ग। ये दूरबीन नहीं लगाते हैं कि कहाँ दूसरा रॉन्ग है, हम ये कोशिश करने की प्रैक्टिस करते हैं, ये प्रैक्टिस करते हैं कि मैं ये कोशिश करूं कि मेरे फ्लॉज, मेरी कमियां क्या है, मेरी कमियों से दूसरे का क्या नुकसान होता है, मेरा क्या नुकसान होता है, और वो कमियों को, जो हम नेगेटिव्स को जीते हैं, उसको वाइसेस बोलते हैं। उनकी तरफ झांक के देखना, माइक्रोस्कोपिकली देखना। जो मांगे ठाकुर अपने ते सोई सोई देवै, हमने शब्द पढ़ा था। उस शब्द में हमने सीखा था, कृपा कटाक्ष अवलोकन कीनो दास का दुख बितारू। कृपा कटाक्ष होता है काइंड हार्टेडली माइक्रोस्कोप लगा के अपनी शॉर्ट कमिंग्स को वॉच करना। अवलोकन होता है माइक्रोस्कोपिकली देखना, अपनी टाइनी सी, छोटी सी भी गलती को ध्यान से देखना, क्योंकि वो मेरा रोग है। कृपा कटाक्ष अवलोकन कीनो दास का दुख बिदारियो। अगर मैं विजडम के सामने सरेंडर करके विजडम के अनुसार जीना चाहता हूं, तो सतगुरु का ज्ञान, गुरुबाणी का ज्ञान ये सिखाता है, ये नहीं सिखाता आसमान में चांद तारे कितने हैं, धरती कैसे बनी, धरती पहले कैसे थी, बाद में कैसी हो जाएगी, मरने के बाद कहाँ जाएंगे, चांद सूरज तारे राहु केतु, इन उनकी बात नहीं ज्ञान मानती है गुरमत। गुरमत ज्ञान मानती है अपनी इंट्रोस्पेक्शन करना और अपने फ्लॉज को फिक्सअप करना। इसको गुरमत का ज्ञान बोलते हैं। वो वाली आई साइट, वो वाला विजन लेना जिससे मेरे को, मैं अपने आप को देख सकूं। सो रोजाना जिंदगी को सोधना। अगर हम सोधते हैं तो मानो हम सिमरन की स्टेट में जी रहे हैं। उसको बोलते हैं डे बाय डे अपनी गलतियों को सुधारना, रब दी वड्याइयां दी विचार करनी। हम गॉड लाइक क्वालिटीज की जितनी विचार करते हैं तो हम उतना ही अमृत वेला में आते जाते हैं। अमृत वेला सच नौ वड्याई विचार, जितना हम गॉड लाइक क्वालिटीज की विचार करते जाते हैं और उनको प्रैक्टिस करते जाते हैं, तो हम 24 आवर्स 7 डेज वाले, दिन रात हर पल सिमरन की अमृत वेला वाली अवस्था में आते जाते हैं। इसको बोलते हैं फोकसिंग ऑन गॉडली क्वालिटीज एंड इम्बाइबिंग देम। रब दी वड्याइयां दी विचार कर।
फिर हमने इसके बाद सीखा हृदय गरीबियत निम्रता तारनी, बी हम्बल। जितने हम हम्बल होते हैं उतना हम सीखते हैं। टिल लास्ट ब्रेथ हम सीखते हैं। जिन्ना ਅਸੀਂ आखिरी श्वास तक सीखते रहते हैं ਅਸੀਂ हम्बल रहते हैं। जिथे स्टैगनेंट हो जाते हैं, हंकार हो जाता है, उत्थे ਅਸੀਂ सीखना छोड़ देते हैं। सब ਨੂੰ ਇਹ बोलते हैं मुझे तो सारा ज्ञान है ही है, मेरे को क्या सीखना है, मेरे को क्या सुनना है, तो हमारी लिसनिंग भी बंद हो जाती है। वी आर ओवर कॉन्फिडेंट एंड मन जाने सब बात जानती हो मुनकर है। तो हम अगर निम्रता में है तो इसको गरीबड़ा स्वभाव बोलते हैं। निम्रता में है तो हम दूसरे को शो ऑफ नहीं करते हैं। निम्रता में है दूसरे को लेट डाउन नहीं करते हैं। नम्रता में है तो अपने आप को ऊंचा और दूसरे को नीचा नहीं दिखाते हैं। इसका मतलब हम डे बाय डे बीइंग हम्बल इन थॉट्स एंड डीड्स होते जाते हैं। तो मानो हम सिमरन कर रहे हैं, ऐ सिमरन दिया बरकता प्राप्त कर रहे हैं। इससे मेरी प्रॉस्पेरिटी हो रही है, इससे मेरे इनर कैरेक्टर में, मेरी अंदर की सृष्टि में डे बाय डे ब्लॉसमिंग हो रही है, प्रफुल्लता हो रही है। रब दी रजा च रहना, कुदरत के नियमों के अनुसार जीना सीखते हैं। अगर हम कुदरत के प्रो कुदरत के नियमों को फॉलो करें, मींस वो वाली फीलिंग बना लें कि मैंने कुदरत के नियमों, तो हम नेचर के नजदीक हो जाते हैं, वन विद नेचर हो जाते हैं। अमन जी, तुसी गुणवंत मम्मी जी दी गल कीती है। मैं देख रहा कि साडे कोल ना बोलन दे लफ्ज़ां दी रेस्ट्रिक्शन है, लिमिटेशंस ने। साडे कोल पूरी डिक्शनरी दिमाग विच नहीं है, पर डिक्शनरी जिन्हां कोल है उस तो इलावा भी कुछ नवे वर्ड्स बनाए जा सकते हैं। राइट वीर जी। जिवें असीं 15 अगस्त ਦਾ ਸੈਮੀਨਾਰ ਕੀਤਾ ਸੀ ਕਿ ਅਸੀਂ मौत कोलों डरदे हां, क्योंकि असी ओदा वर्ड इंज बना लिया, हाय फलाना मर गया, मौत, फौत हो गए, उनकी डेथ हो गई। ऐसे ऐसे डरावने भारे भारे लफ्ज पॉपुलर कर देते। मैं सोच रहा है रब दी रजा च रहना, तो गुणवंत मम्मी जी ने रब दी रजा च रहना दा एक पॉइंट मेरे वास्ते आज हुणे बोलदियां बोलदियां बना दिता कि ਜਦੋਂ ਅਸੀਂ ਸਰੀਰਕ ਤੌਰ ਤੇ ਜਿਹਦਾ ਨਾਂ ਅਸੀਂ ਡੈਥ ਰੱਖਿਆ ਹੋਇਆ, ਮੌਤ ਰੱਖਿਆ ਹੋਇਆ, ਮਰਨਾ ਰੱਖਿਆ ਹੋਇਆ, ਫਿਜ਼ੀਕਲ ਡੈਥ ਰੱਖਿਆ ਹੋਇਆ, ਨਿੱਕਾ ਨਿੱਕਾ ਬੱਚਾ ਵੀ ਉਸ ਤੋਂ ਡਰਦਾ ਹੈ, ਔਰ ਅਸੀਂ ਉਹਦੇ ਨਾਲ ਡਰਾਵਨਾ ਨਾ ਰੱਖ तो भगवान घर चला गया। वो निक्का बच्चा अपने दादे ਨੂੰ ਪੁੱਛਦਾ ਹੈ, लवली अमरजीत सिंह ਦਾ बेटा राजवीर अपने पापा ਨੂੰ ਪੁੱਛਦਾ है, दादी कहाँ चलेगी? उन्हें क्या भगवान के घर चली गई? तो वो डर गया कि भगवान के घर जाना इसका मतलब शरीरक मरना पड़ता है। तो बच्चे के मन अंदर भगवान बारे एक हॉरर काइंड ऑफ ड्राकुला वाला एक फियर बैठ गया। मैं सोच रहा कि सानू ना ਇਹਦੇ भी लफज समाज अंदर नवे बनाने चाहिए। राइट वीर जी। ਅਸੀਂ सब जानते हैं कि कुदरत ਦੇ ਨਿਯਮਾਂ ਵਿੱਚ ਅਸੀਂ ਮਾਂ ਪਿਓ ਦੇ ਰਾਹੀਂ, जैसे मात पिता बिन बाल ना हुई, स्पर्म और एग दे सिस्टम दे अनुसार जींदे हाँ। पर स्पर्म और एग इस कुदरत दे, सारी यूनिवर्स दे कितने सारे पेड़ पौधे, जीव जंतु और इस यूनिवर्स विच कितना कुछ है जिहदे चों एक बूंद बनदी है और वो एग बनदा है और असीं पैदा होंदे हैं। ते असी पैदा होए, साडी ये बॉडी मल्टीप्लाई सैल होंदे गए, नहीं वड्डी बन गई। तो जदों इहदा सिस्टम हार्ट बीट करके अल्टीमेटली जदों रुक गया, उहदा ना असी मौत ना रखीए, डेथ ना रखीए। असी हुण यह भी कह सकते हैं, आई विल आल्सो ट्राई कि गुणवंत मम्मी जी यूनिवर्स नाल एक हो गए। राइट। इस यूनिवर्स नाल एक हो गए ने, बजाय इसदे कि असी डरावने लफज वरतीए। तो यूनिवर्स नाल एक होना
ਜੀਂਦੇ ਜੀ ਥਾਟ ਵਾਈਜ਼ ਐਂਡ ਆਪਣੀ ਡੀਡਸ ਵਿੱਚ। ਅਤੇ ਜਦੋਂ ਇਹ ਸਿਸਟਮ ਕੁਦਰਤ ਦੇ ਨਿਯਮਾਂ ਵਿੱਚ ਸਟਾਪ ਹੋਇਆ ਜਾਂ ਐਕਸੀਡੈਂਟਲੀ ਹੋਇਆ, ਤਾਂ ਅਸੀਂ ਉਹਦਾ ਨਾਂ ਆਸਤਾ ਆਸਤਾ ਸਮਾਜ ਵਿੱਚ ਪ੍ਰਚਲਿਤ ਕਰ ਸਕਦੇ ਹਾਂ ਕਿ ਯੂਨੀਵਰਸ ਨਾਲ, ਇਸ ਕਾਇਨਾਤ ਨਾਲ ਇੱਕ ਹੋ ਗਏ। ਅਸੀਂ ਕਦੀ ਨਹੀਂ ਕਹਾਂਗੇ ਰੱਬ ਦੇ ਚਰਨਾਂ ਜਾ ਕੇ ਨਿਵਾਸ ਹੋ ਗਿਆ। ਉਹ ਫਿਰ ਲੋਕੀ ਮਰਨ ਤੋਂ ਬਾਅਦ ਕੋਈ ਸਵਰਗ, ਕੋਈ ਜੰਨਤ, ਕੋਈ ਨਰਕ, ਕੋਈ ਹੈਵਨ, ਕੋਈ ਪੈਰਾਡਾਈਜ਼ ਸਮਝ ਲੈਂਦੇ ਨੇ। ਕੋਈ ਗੁਰਪੁਰਵਾਸੀ, ਕੋਈ ਸਵਰਗਵਾਸੀ ਲਫ਼ਜ਼ ਯੂਜ਼ ਕਰਨੇ ਸ਼ੁਰੂ ਕਰ ਦਿੰਦੇ, ਜਿੱਥੇ ਸਰੀਰਕ ਡੈਥ ਤੋਂ ਬਾਅਦ ਜਾਂਦੇ ਨੇ ਲੋਕੀ, ਇਹ ਸਮਝ ਲੈਂਦੇ ਨੇ। ਸੋ ਅਸੀਂ ਕਹਾਂਗੇ ਜੀਂਦੇ ਜੀ ਰਜ਼ਾ ਵਿੱਚ ਰਹਿਣਾ, ਔਰ ਸਰੀਰਕ ਸਿਸਟਮ ਜਦੋਂ ਕੰਪਲੀਟ ਹੋਇਆ ਹੈ ਔਰ ਤਾਂ ਇਸ ਯੂਨੀਵਰਸ ਨਾਲ ਇੱਕ ਮਿਕ ਹੋ ਗਿਆ। ਜਿਵੇਂ ਪੰਜਾਬੀ ਵਿੱਚ ਵੀ ਕਹਿੰਦੇ ਨੇ ਕਿ ਬੰਦਾ ਪੂਰਾ ਹੋ ਗਿਆ। ਹਾਂਜੀ। ਸੋ ਅਸੀਂ ਜਦੋਂ ਜੀਂਦੇ ਜੀ ਰਜ਼ਾ 'ਚ ਰਹਿਣਾ ਸਿੱਖਦੇ ਹਾਂ ਨਾ, ਤਾਂ ਅਸੀਂ ਜੀਂਦੇ ਜੀ ਪੂਰੇ ਹੋਣਾ। ਅਸੀਂ ਅਧੂਰੇ ਹਾਂ, ਅਸੀਂ ਇੰਪਰਫੈਕਟ ਹਾਂ। ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਪਰ ਡੇ ਬਾਈ ਡੇ ਚੰਗੇ ਗੁਣ ਲੈ ਲੈ ਕੇ, ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲਈ ਜੇ, ਜੇ ਗੁਣ ਹੋਵੇ ਸਾਜਨਾ ਮਿਲ ਸਾਂਝ ਕਰੀਜੇ, ਸਾਂਝ ਕਰੀਜੇ ਗੁਣਾ ਕੇਰੀ। ਜੋ ਜੋ ਅਸੀਂ ਗੁਣ ਲੈਂਦੇ ਜਾਂਦੇ ਆ ਨਾ, ਤਾਂ ਅਸੀਂ ਪੂਰੇ ਹੋ ਰਹੇ ਹਾਂ। ਤਾਂ ਅਸੀਂ ਅਧੂਰੇ ਤੋਂ ਪੂਰੇ ਹੋ ਰਹੇ ਹਾਂ। ਤਾਂ ਅਸੀਂ ਇੰਪਰਫੈਕਸ਼ਨ ਤੋਂ ਪਰਫੈਕਸ਼ਨ ਵੱਲ ਵੱਧ ਰਹੇ ਹਾਂ। ਪਰਫੈਕਸ਼ਨ ਇਜ਼ ਗॉड। ਜੀਂਦੇ ਜੀ ਅਸੀਂ ਪੂਰੇ ਹੁੰਦੇ ਹਾਂ, ਔਰ ਜੋ ਜੀਂਦੇ ਜੀ ਪੂਰੇ ਹੋ ਜਾਂਦੇ ਨੇ, ਉਹ ਆਪਣਾ ਜੀਵਨ ਦੁਨੀਆ ਵਾਸਤੇ ਸਮਰਪਿਤ ਕਰਦੇ ਨੇ। ਇਹਨੂੰ ਦੁਨੀਆ ਵਾਸਤੇ ਜੀਣਾ ਕਹਿੰਦੇ। ਸੋ ਤਾਂ ਅਸੀਂ ਸਿਮਰਨ ਦੀਆਂ ਬਰਕਤਾਂ ਪ੍ਰਾਪਤ ਕਰ ਰਹੇ ਹਾਂ। ਵੰਡ ਛਕਣਾ। ਸੋ ਅਸੀਂ ਬੜਾ ਕੁਝ ਡਿਸਕਸ ਕੀਤਾ ਸੀ ਲਾਸਟ 2 ਵੀਕਸ ਦੇ ਅੰਦਰ, ਸ਼ੇਅਰਿੰਗ ਵਨਸ ਪ੍ਰੋਸਪੈਰਿਟੀ ਐਂਡ ਅਚੀਵਮੈਂਟਸ। ਸੋ ਅਸੀਂ ਜਦੋਂ ਵੰਡ ਛਕਣਾ ਕਰਦੇ ਹਾਂ ਤਾਂ ਉਹਦੇ ਵਿੱਚ ਸਾਡਾ ਵੈਸਟਿਡ ਇੰਟਰਸਟ ਕੋਈ ਨਹੀਂ ਹੁੰਦਾ, ਔਰ ਵੰਡ ਛਕਣ ਵਿੱਚ ਅਸੀਂ ਕਿਸੇ ਨੂੰ ਲੈਟ ਡਾਊਨ ਨਹੀਂ ਕਰਾਉਂਦੇ ਹਾਂ। ਔਰ ਵੰਡ ਛਕਣਾ 'ਚ ਜਦੋਂ ਅਸੀਂ ਕਿਸੇ ਨੂੰ ਰੋਟੀ ਜਾਂ ਪੈਸਾ ਜਾਂ ਕੱਪੜਾ ਦਿੰਦੇ ਹਾਂ, ਉਹਨੂੰ ਇਹ ਰਿयलाइज नहीं कराते तुम घटिया हो, तुम्हें तो कुछ आता नहीं, हम तुम्हें हमेशा के लिए लेम लंगड़ा बना देंगे, इस तरह नहीं करते। वंड छकना भी अकली साहब से भी अकली भाई अमान, अकली पढ़ के बुझी अकली की चैतान। सो असी वंड छकना भी बड़ी ग्रेसफुली, वाइजली, हंबली इस तरीके नाल करते हैं, ताकि अगला भी अपने जीवन ते अपने पैरों ते पढ़ लिख के खड़ा हो सके, अपनी ब्रेड बटर कमा सके। ਗੁਣਵੰਤ ਮੰਮੀ ਬਾਰੇ ਅਸੀਂ ਡਿਸਕਸ ਕੀਤਾ ਸੀ ਕਿ ਉਹਨਾਂ ਨੇ ਆਪਣਾ ਤਨ ਵੀ ਵੰਡ ਛਕਣਾ ਕਰ ਲਿਆ, ਕਿ ਉਹਨਾਂ ਦੀਆਂ ਦੋਨੋਂ ਅੱਖਾਂ ਉਹ ਕਹਿੰਦੇ ਨੇ 2 to 8 ਬਲਾਈਂਡ ਪੀਪਲ ਦੇ ਹਨੇਰੇ ਜੀਵਨ ਵਿੱਚ ਪ੍ਰਕਾਸ਼ ਕਰ ਦੇਣਗੀਆਂ। ਦੈਟ ਮੀਨਸ ਇਫ ਇਟ ਇਜ਼ ਪੋਸੀਬਲ ਫॉर 8 ਪੀਪਲ, ਤਾਂ ਉਹ ਅੰਨੇ ਤੋਂ ਸੁਜਾਖੇ ਹੋ ਜਾਣਗੇ, ਉਹਨਾਂ ਦੀ ਜ਼ਿੰਦਗੀ 'ਚ ਪ੍ਰਕਾਸ਼ ਹੋ ਜਾਏਗਾ, ਉਹਨਾਂ ਨੂੰ ਅੱਖਾਂ ਮਿਲ ਜਾਣਗੀਆਂ। ਇਹ ਵੀ ਵੰਡ ਛਕਣਾ ਇੱਕ ਯੂਨੀਕ ਢੰਗ ਹੈ। ਤੇ ਉਹਨਾਂ ਨੇ ਜਿਹੜੀ ਆਪਣੀ ਬਾਡੀ ਨੂੰ ਇਸ ਤਰ੍ਹਾਂ ਵੰਡ ਛਕਣਾ ਕੀਤਾ, ਉਹ ਮੈਡੀਕਲ ਸਾਇੰਸ ਦੇ ਸਟੂਡੈਂਟਸ ਉਹਨਾਂ ਤੇ ਖੋਜ ਕਰਨਗੇ, ਕਰ ਕਰਕੇ ਆਉਣ ਵਾਲੀ ਸਾਰੀਆਂ ਪਨੀਰੀ, ਆਉਣ ਵਾਲੀ ਸਾਰੀ ਦੁਨੀਆ ਦੇ ਵਾਸਤੇ ਰਿਸਰਚ ਕਰਨਗੇ। ਤਾਂ ਸਾਰਿਆਂ ਨੂੰ ਗੁਣਵੰਤ ਮੰਮੀ ਜੀ ਨੇ ਆਪਣਾ ਤਨ ਵੰਡ ਛਕਣਾ ਕਰ ਲਿਆ, ਲੇਖੇ ਲਾ ਲਿਆ, ਯੂਨੀਵਰਸ ਨਾਲ ਇਕਮਿਕ ਹੋ ਗਏ। इस तरीके की जब अवस्था बनती है, इसको हम बोलते हैं शेयरिंग, रियल सेंस ऑफ शेयरिंग, रियल टाइप ऑफ शेयरिंग। सो आज साडा टॉपिक आया हक हलाल दी कमाई करनी, अर्निंग वंस लाइवलीहुड थ्रू फेयर मीन्स। अमन जी, असी गुरबानी चो पढ़दे हां, आखां जीवा विसरै मर जाओ, मर जाओ। If I am breathing and eating
and relishing and digesting the God-like qualities, the message. Then I am real sense which living. वरना मर गया. For example, मैं ਭੈੜੇ बोल बोलता हाँ. अमन जी ਜਦੋਂ मैं शब्द ਮੰਗਾਂਗਾ ਨਾ ਤੁਸੀਂ ਸਕਰੀਨ ਤੇ ਤਾਂ ਹੀ ਦੇਣਾ. ठीक है जी. ठीक है जी. राइट. ਜਦੋਂ मैं ਭੈੜੇ बोल बोलता हाँ. गुरबाणी चो पूछते हैं. गुरबाणी says ਗੱਲਾਂ ਉੱਪਰ ਤਪਾਵਸ ਨਾ ਹੋਵੇ. विष खादी तत्काल मर जाए. तू यहां से बातें बनाता है लेकिन बुरे बोल बोलता है और प्रैक्टिकल लिविंग नहीं करता है, तो ये तूने पॉइजन खा लिया, मर गया. ਇਹਦਾ ਮਤਲਬ ਜਦੋਂ ਮੈਂ ਆਪਣੇ ਬੋਲ ਫਿਕਸ ਅਪ ਕਰਾਂਗਾ ਨਾ, ਜਿਨ੍ਹਾਂ 'ਚ ਮੈਂ ਕਿਸੇ ਨੂੰ ਹਰਟ ਨਹੀਂ ਕਰਾਂਗਾ, ਜਿਨ੍ਹਾਂ 'ਚ ਮੈਂ ਕਿਸੇ ਨੂੰ ਅਬਿਊਜ਼ ਨਹੀਂ ਕਰਾਂਗਾ, ਜਿਨ੍ਹਾਂ 'ਚ ਮੈਂ ਕਿਸੇ ਵਾਸਤੇ ਬੈਕ ਬਾਈਟਿੰਗ ਨਹੀਂ ਕਰਾਂਗਾ, ਜਿਨ੍ਹਾਂ 'ਚ ਭਾਵੇਂ ਕਿਸੇ ਨੇ ਮੇਰੇ ਨਾਲ ਬੁਰਾ ਕੀਤਾ ਜਾਂ ਨਹੀਂ ਕੀਤਾ, ਮੈਂ ਉਹਦੀ ਨਿੰਦਾ ਨਹੀਂ ਕਰਾਂਗਾ, ਮੈਂ ਉਹਨੂੰ ਡਿਫੇਮ ਨਹੀਂ ਕਰਾਂਗਾ, ਮੈਂ ਉਹਦਾ ਕੈਰੈਕਟਰ ਅਸੈਸੀਨੇਸ਼ਨ ਨਹੀਂ ਕਰਾਂਗਾ. ਇਹਦਾ ਮਤਲਬ ਜਦੋਂ ਮੈਂ ਆਪਣੇ ਬੋਲਾਂ ਨੂੰ ਫਿਕਸ ਕਰਦਾ ਨਾ, ਇਹ ਰੀਅਲ ਸੈਂਸ ਵਿੱਚ ਅਰਨਿੰਗ ਹੈ. क्योंकि ਇਹਦੇ ਨਾਲ मेरा इनर कैरेक्टर जीवित हो जाएगा. वरना ਇਹ बॉडी करके मैं देखने ਵਿੱਚ लग रहा पर मैं अंदरों मर गया. हाँ जी. सो ਇਹ ਜਿਹੜਾ ਪੁਆਇੰਟ ਤੁਸੀਂ ਅੱਜ ਰੱਖਿਆ ਹੈ ਸਿਮਰਨ ਦੀਆਂ ਬਰਕਤਾਂ ਵਾਲਾ, ਇਹ ਦੁਬਾਰਾ ਦਿਖਾਓ. which slide ਵੀਰ ਜੀ? ਇਹੋ ਹੱਕ ਲਾਲ ਦੀ ਕਮਾਈ ਕਰਨੀ. अर्निंग वंस लाइवलीहुड थ्रू फेयर मीन्स. असी अर्निंग का ना रखा है कमाई करनी. फिर असी अर्निंग दी कमाई करनी दे लफज नूं ही कह दिता. गुरु नानक साहब दे मैसेज तो 3 पिलर सामने आए. किरत करो. किरत करो का नाम असी रख लिया पैसे कमा के लो. पैसे कमा के तो मेरा तन पलेगा, मेरा टब्बर पलेगा. मेरा मकान बन जाएगा. अच्छा, एक मकान बन गया, उसमें टब्बर रहता है, टब्बर वाले सारे कमा के लाते हैं. पति पत्नी, दादा दादी और ग्रैंड चिल्ड्रन रहते हैं. ये सारे आपस में हार्मनी से नहीं रहते हैं, सारे आपस में लड़ते हैं, सारे एक दूसरे के साथ प्यार से नहीं बोलते हैं, सारे एक दूसरे के साथ शक्की मिजाज हैं, एक दूसरे से डरते और डराते हैं. तो क्या ये घर है या शमशान घाट है? Say yes or no. Yes, you're right. नहीं, क्या है ये? शमशान घाट. हाँ. अगर हम सुबह काम पे जाते हैं, रात को आते हैं, अगर मैं स्कूल जाता हूँ, कॉलेज जाता हूँ और बस सुबह उठा, अपने काम पूरा किया, मेरा नाश्ता बनाया कि नहीं, मेरे कपड़े दिए कि नहीं दिए, मेरा प्रेस कर दिया कि नहीं, अच्छा ये कर दो, वो कर दो, मेरी कार साफ कर दो, दिस एंड दैट कर करा के हम काम पे निकल गए. रात को हम घर आए तो हमारी पत्नी या मेरी माँ या मेरी दादी बोलती है, काका सराह नहीं है, एक कार है. तो घर ते हो रहा ही नहीं. कोठे मंडप माड़ियां पासों चितवियां टठियां का मनावनी रहन सखनियां
अरे अंदर तो कोई रहता ही नहीं है, अंदर तो डेड बॉडीज रहती हैं जो आपस में एक दूसरे से आंकड़े हुए हैं, बात भी नहीं करते हैं, लड़े ही रहते हैं, रुस्से ही रहते हैं, शक ही करते रहते हैं, डरते ही रहते हैं, एक दूसरे को टॉन्ट करते हैं, एक दूसरे को सप्रेस करते हैं। तो ये कमाई क्या हुई? इसका मतलब लाइवलीहुड कमानी है तो हम अपने कैरेक्टर को कमाते हैं। किरत करना, किरत विरत कर धर्म दी हथों दे के भला मनाए। धर्म दी किरत करना मीन्स धर्म को कमाना। धर्म नू कमाना साडा सब दा हक है। सही है सुनो, राइट। पुत्र पिता नू कह रहा है, पापा आप इतने ईमानदार हो, हमको तो घर में साइकिल भी चलाने के लिए नहीं है। जो बेईमानियां करके रिश्वत लेके आते हैं, हेरा फेरी की कमाई करते हैं, उनके घर में एयर कंडीशन भी है, कार भी है। तो पापा आप ईमानदारी छोड़ दो ना, रिश्वत लिया करो। पर पापा कहता मैं नहीं लूंगा, मैंने रिश्वत नहीं लेनी, चाहे भूखे मर जाए हम, मैं रिश्वत नहीं लूंगा। जब पापा ऐसे कर रहे हैं, मैं रिश्वत नहीं लूंगा, तो ये पापा का हक है जी। ये पापा का गॉड के लफ्जों में, भगवान के लफ्जों में, धर्म की दुनिया में ये पापा का हक है कि मैं ईमानदार बन के जीना चाहता हूं। यू कैन नॉट डिक्टेट मी, यू कैन नॉट फोर्स मी। विजय, आई वाज रीडिंग वन राइटर, है ना? ਤਾਂ ਉਹ ਇਹ ਲਿਖਦਾ ਕਿ ਕਹਿੰਦਾ ਕਿ ਜਿਹੜਾ ਵੀ ਦੁਨੀਆ 'ਚ ਲੋਕ ਇਹ ਫਿਲਾਸਫੀ ਦੇ ਰਹੇ ਨੇ ਨਾ ਕਿ ਵੀ ਇਮਾਨਦਾਰੀ ਔਰ ਸਿੰਪਲ ਔਰ ਵਾਈਜ਼ ਰਸਤੇ ਦੇ ਨਾਲ ਵਾਕਿਆ 'ਚ ਹੀ ਲੋਕ ਜਿਹੜਾ ਨੇ ਮਤਲਬ ਹੀ ਵਾਸ ਲਾਈਕ ਪੁਟਿੰਗ ਅ ਪੁਆਇੰਟ ਫਾਰਵਰਡ ਕਿ ਬਹੁਤ ਸਾਰੇ ਪੈਸੇ ਕਮਾਣਾ ਕਿੱਥੋਂ ਆ ਗਿਆ ਕਨਸੈਪਟ ਦੇ ਵਿੱਚ। ਮਤਲਬ ਲੋਕ ਬਹੁਤ ਵਾਰੀ ਇਹ ਕਹਿ ਦਿੰਦੇ ਨੇ ਕਿ ਵੀ फेयर मीन्स ਦੇ ਨਾਲ ਵੀ ਬਹੁਤ ਸਾਰਾ ਪੈਸਾ ਕਮਾਇਆ ਜਾ ਸਕਦਾ ਹੈ। but the writer is trying to explain कि accumulation of too much money even by wise means is also not good। कि मतलब मैं सच्चे तरीके नाल बहुत सारा पैसा कमा के अपने वास्ते accumulate कर लवां, ਉਹ ਵੀ ਉਹ ਕਹਿੰਦਾ कि ਚੰਗੀ ਗੱਲ ਨਹੀਂ ਹੈ। ਜਿਹਨੂੰ ਤੁਸੀਂ ਕਿਹਾ ਕਿ ਵੀ ਹੱਥੋਂ ਦੇ ਕੇ ਭਲਾ ਮਨਾਏ। अच्छा मैं अर्न करके ले आया, मेरे बच्चे दी स्कूल फीस ते पैसे नाल ही जाएगी ना, पैसे मैनू कमाने दे पैणगे, राइट, करेक्ट। तो जे मैं अपने बच्चे दी फीस देंदे आया झुग्गी झोपड़ी वाले या अपने नेबर दे या अपने टाउन दे लोड़वंद बच्चे दी भी फीस देंदा हाँ, तो वो मेरा कमाना अच्छा है और मैं सिमरन की स्टेट में हूं। लेकिन आज हम सब्जेक्ट पैसा कमाना चाहिए कि नहीं चाहिए इसकी बात नहीं कर रहे। आज हम बात करें हक लाल दी कमाई की। हक लाल दी कमाई करना सिमरन दी अवस्था है, ब्लैसिंग है, बरकत है। हर किसी दा बर्थ राइट है, जमांदरू बचपन तो लैके जदों तो असी पैदा होए हाँ। साडा लिविंग ट्रेजर ने आज उत्थे जेड़े पिछले 2-3 दिनां च मैं कुछ आर्टिकल लिखे ने, उन्हां च 2 आर्टिकल असी आज इंग्लिश और पंजाबी दे उत्ते डिस्ट्रीब्यूट कीते ने अमन जी। उन 2 आर्टिकल्स में एक आर्टिकल है जिसमें हमने बात की कि अगर बच्चा होता है ना तो ये पॉपुलर है, ये वाइडली नोन है कि बच्चे को बोलते हैं भगवान रूप है, रब रूप है। कहते हैं ना। सो बच्चे ने उन्हें ना वाइसिस नहीं सीखिया। इसका मतलब गॉड मीन सोर्स ऑफ वर्च्यूज, चंगे गुण। अच्छा, अगर मैं वर्च्यूज के खजाने को जीना चाहता हूं, ये मेरा हक है। इसकी कमाई करना
वर्च्यूज को डे बाय डे अपने जीवन में कमाना, अपने स्वभाव में प्रैक्टिस करना, इसको अर्न करना, किर्त करना कहलाता है। सो जो किर्त करो है ना, दैट डज नॉट बिलोंग टू ओनली अर्निंग द मनी। क्यों? क्योंकि मेरे घर में मेरी पत्नी है, मेरी माँ है, मेरी बहन है, मेरी दादी है, जो जो उनमें से पैसे कमाने नहीं जाती, वो किर्त कैसे करेगी? जो भी दुनिया के इंसान कमाते नहीं है, तो वो क्या किर्त नहीं करते हैं? किर्त करना डज नॉट इट्स नॉट रेस्ट्रिक्टेड टू ओनली अर्निंग द मनी। किर्त करना वाइडली सबके ऊपर एप्लीकेबल हो सकता है, सारों को उसका बेनिफिट हो सकता है अगर हम किर्त करना करें। गॉड लाइक क्वालिटीज को कमाना, अपने सुभाच उन्हें अर्न करना। उन कहते ने ये शरीर मेरा इस जग में आए के क्या तू कर्म कमाया, तू केड़ा थॉट प्रोसेस कमाया, और थॉट प्रोसेस दे कारण तू केड़ी क्वालिटीज दे नाल जींदा है, ए अर्न करना है। एनू हक लाल दी कमाई करना कहते ने। अर्निंग वंस लाइवलीहुड थ्रू फेयर मीन्स। मैं हक लाल दी कमाई कीती है ना, तब मैं अंदरों लोभी नहीं होवांगा, मैं अंदरों ग्रीडी नहीं होवांगा। हक हलाल दी कमाई बिलोंग्स टू म्यूचुअल बेनिफिट्स, नॉट वन साइड बेनिफिट। एक कंपनी है, वो लोगों का खून चूसती है, उसके जो शेयर होल्डर्स हैं और जो उसके एग्जेक्टिव्स हैं, वो तो करोड़ों कमा के अपनी मौज मार रहे हैं, लोगों का खून चूसा जा रहा है, गरीब दिनों दिन गरीब होता जा रहा है। ये तो म्यूचुअल बेनिफिट नहीं बना, नहीं हुआ ना। बार्टर सिस्टम में क्या होता था? बार्टर सिस्टम में मैंने चावल उगाए हैं, पर आपकी सुनियारे की दुकान है, मैंने आपको चावल दिए, आपने मेरे को मेरे बेटी की शादी के लिए कांटे और हार बना दिए। आप कैसे वैल्यू लगाओगे? दोनों का बेनिफिट हो गया। मेरी कपड़े की दुकान थी, आपका किसी और चीज का बिजनेस था। आपने कणक उगाई, मैंने कपड़ा आपको दिया, आपने मेरे को कणक आटा दे दिया। ये जो बार्टर सिस्टम था, इस बार्टर सिस्टम में म्यूचुअल बेनिफिट है। हक हलाल दी कमाई बिलोंग्स टू म्यूचुअल बेनिफिट। ऐते हो गया बारले पदार्थ। सही होगी ना इक्वेशन? दोनों में से कोई भी नहीं ना लुटा। सुनियारा कह रहा है मेरे को चावल चाहिए, मेरे को गेहूं चाहिए, मेरे पास तो सोना है, सोना ले लो, गेहूं दे दो। वो ये नहीं कह रहा मेरा सोना करोड़ों का है, तुम्हारी गेहूं तो 40 रुपए किलो है, ये बेकार है। तो 40 रुपए का तो हिसाब ही नहीं था, किलो का तो हिसाब ही नहीं था। ऐसे उसको गेहूं चाहिए, दे देता था। कोई ऊंचा नीचा प्राइस नहीं है, प्राइस का मतलब ही नहीं है। भा दी ते गल ही नहीं चल रही। केड़ा कीमती है, किदी वैल्यू हायर है, किदी डी वैल्यू कर दी, किदी कीमत ज्यादा नहीं। ये अमूल गुण ने, अमूल गुणा नू कमाना। हक लाल दी कमाई। अच्छा, मैं अमूल गुण कमाया, मैं मिठा बोलना सीखा, तुसी मेरे सामने आए, या किसी ने मेरे नाल बुरा कीता सी, या किसी ने मेरा कहना नहीं मन्या, मेरी वोटी या बच्चे ने कहा, और मैं उहदे नाल गुस्सा ना करा, मैं उन्हें हर्ट ना करा, मैं उन्हें टॉन्ट ना करा, मेरी तो जबान मिठी रही, पर मैं उन्हें हर्ट नहीं किया, उन्हें बेनिफिट होया ना। मैं अखां कट के क्रोध दे नाल उहदा खून नहीं चूसिया, उन्हें भी बेनिफिट होया ना। म्यूचुअल बेनिफिट इज कॉल्ड हक हलाल दी कमाई।
ਜਦੋਂ ਅਸੀਂ ਮਾਈਜ਼ਰ ਹੋ ਜਾਂਦੇ ਹਾਂ, ਜਦੋਂ ਅਸੀਂ ਕੰਜੂਸ ਹੋ ਜਾਂਦੇ ਹਾਂ, ਤਾਂ ਕੁਆਲਿਟੀਜ਼ ਸਾਡੇ ਅੰਦਰ ਹੈ ਨਾ, ਮੰਨ ਲਓ ਗॉड ਲਾਈਕ ਕੁਆਲਿਟੀਜ਼ ਦੀ ਅਕਲ, ਖਜ਼ਾਨਾ, ਭਾਂਡਾ, ਟ੍ਰੈਜਰ, ਸਮੁੰਦਰ, ਓਸ਼ਨ, ਬੈਂਕ ਸਾਡੇ ਅੰਦਰ ਹੈ। ਉਹ ਅਸੀਂ ਕਮਾਉਂਦੇ ਨਹੀਂ, ਉਹ ਪਿਆ ਰਹਿੰਦਾ ਹੈ। ਇੰਜ ਹੁੰਦਾ ਹੈ ਨਾ। ਅਮਦੀ ਕਈ ਲੋਕ ਤੇ ਚੰਗੇ ਗੁਣਾਂ ਦੀ ਗੱਲ ਕਰਦੇ ਨਹੀਂ। कई लोग चंगे गुण धर्म तो सुनते ने, अप्लाई नहीं करते ने। एक कान से सुना दूसरे से निकाल दिया, सुना था निकाल दिया। एक है सुना और अप्लाई नहीं किया, दोनों बातें सेम है ना। इसका मतलब हम गॉड लाइक क्वालिटीज के खजाने को जब प्रैक्टिस नहीं करते हैं तो हम कंजूस हो गए, माइजर हो गए। जब हम कंजूस हो गए, माइजर हो गए, तो अब मैं क्या करूंगा? अब मैं बाहर मिसबिहेव करूंगा। मेरा दिल करेगा तो मैं अपने परिवार से मीठा बोलूंगा, नहीं करेगा तो मैं कौड़ा बोलना शुरू कर दूंगा, नहीं करेगा तो मैं गुस्सा हो जाऊंगा, नहीं करेगा तो मैं रोटी नहीं खाऊंगा, नहीं करेगा तो मैं बाहर चला जाऊंगा, नहीं करेगा तो मैं उनको थ्रेट करूंगा, मैं उनको वार्निंग दे दूंगा, मैं उनको ब्लैकमेल करूंगा, मैं उनको इमोशनल ब्लैकमेल करूंगा, मर जाऊंगा, तुम्हारा नाम लिख दूंगा, पुलिस को पकड़ा दूंगा। कंजूस है ना अंदर से। गॉड लाइक क्वालिटीज कमाइयां होइयां ही नहीं ने, वो अंदर पईयां रहियां, ਉਹਨਾਂ ਨੂੰ ਕਮਾਉਂਦਾ ਨਹੀਂ ਹੈ, ਆਪਣੇ ਹੱਕ ਦੀ ਕਮਾਈ ਨਹੀਂ ਕਮਾਉਂਦਾ। अच्छा जी, हक लाल दी कमाई सिर्फ ऐसा मतलब होए कि भाई मैं अपनी नौकरी पर गया, मेरे को उन्होंने बोला तुमको नौकरी में तुम सुबह 9 से शाम के 5 बजे तक काम करोगे, ये वाला काम करोगे, ईमानदारी से काम करना, हम तुमको 50,000 रुपए देंगे। लो जी, मैंने 9 से 5 काम किया, ईमानदारी से किया, उन्होंने मेरे को 50,000 दे दिए, हो गया। इसका नाम हमने हक लाल दी कमाई रखा हुआ है। अमन जी से यस और नो? यस वीर जी, यही रखा हुआ ना, ईमानदारी कमाई। अच्छा, मैंने वहां पर ना रिश्वत भी नहीं ली, मैंने वहां पे झूठ भी नहीं बोला, मैं दुकान पे खड़ा था, मैंने नकली माल भी नहीं बेचा। लो जी, हक लाल दी कमाई पूरी हो गई, बात खत्म हो गई। ऑनेस्ट अर्निंग हो गई ना लाइवलीहुड के लिए। शरीर भी पल गया, टब्बर भी पल गया, रोटी भी आ गई, मकान भी बन गया, कार भी आ गई, हो गया। पर जब मैं 9 से 5 के अलावा घर आता हूं तो मैं घर वालों से मिसबिहेव करता हूं। सो व्हाट इज हक लाल दी कमाई? सब तो पहला टॉप प्रायोरिटी ते हक लाल दी कमाई रहेगी कि तू जिस मर्जी स्टेटस दा, जिस मर्जी कंट्री च रहिंदा है, जिस मर्जी धर्म नूं मनदा है, जिस मर्जी जेंडर दा, जितनी मर्जी उम्र दा है, तेरा मिठा बोल, तेरा लविंग वतीरा, तेरा वार्मथ वाला जीवन जाच इज रियल सेंस इच हक लाल दी कमाई, इज रियल सेंस इच शेयरिंग, एक इज रियल सेंस इच चंगे गुणां नूं कमाण दी दिन रात अणथक मेहनत। मेक सेंस? मेक सेंस। जिन्हों ये जांच आ जाएगी ना, वो हिपोक्रेसी तो छूट जाएगा। अच्छा, हिपोक्रेसी नो सी की कहंदे बाणी च, काहे को कीजे ध्यान जपन ना, जब ते शुद्ध ना ईमान अपना। अरे क्या भगवान का नाम लेते हो, चौकड़ा मारते हो, बार बार से धर्मी बातें करते हो, मन तो तुम्हारा साफ नहीं है। अच्छा, जिसका मन साफ है
वो क्या करता है, वो गॉड लाइक क्वालिटीज के साथ दूसरों के साथ जीता है, वो गॉड लाइक क्वालिटीज के कॉइन्स को दूसरों के साथ आदान प्रदान करता है, वो म्यूचुअल बेनिफिट का बिजनेस करता है। उन्होंने कहते हैं किन ही बन गया काशी तांबा, किन ही लौंग सुपारी, संतो बन गया नाम गोविंद का, मीन्स गॉड लाइक क्वालिटीज। ऐसी खेप हमारी। उनका सेट कैपिटल क्या है, चंगे गुण। ਆਈਡੀਅਲਸ ਨੂੰ ਜੀਣਾ, ਜੀਣ ਵਾਸਤੇ ਉਹਨਾਂ ਦੀ ਕਮਾਈ ਕਰਨੀ, ਸੁਚੱਜੇ ਸੁਭਾਅ ਨੂੰ ਜੀਣ ਵਾਸਤੇ ਦਿਨ ਰਾਤ ਮਿਹਨਤ ਕਰਨੀ, ਆਪਣੇ ਕਰੈਕਟਰ ਨੂੰ ਬੂਸਟਰ ਪੰਪ ਲਗਾਉਣਾ, ਜਿਵੇਂ ਪਾਣੀ ਉੱਪਰ ਚੜਾਈਦਾ ਹੈ, ਐਲੀਵੇਟਰ ਲਗਾਉਣਾ ਜਿਵੇਂ ਅਸੀਂ ਲਿਫਟ ਦੇ ਨਾਲ ਉੱਪਰ ਚੜਦੇ ਹਾਂ, ਐਵਰੈਸਟ ਵਰਗੀਆਂ ਪੀਕਸ ਦੀ ਬੁਲੰਦੀ ਦੇ ਕਰੈਕਟਰ ਨੂੰ ਦਿਨ ਰਾਤ ਜੀਣਾ, ਹੱਕ ਹਲਾਲ ਦੀ ਕਮਾਈ ਕਰਨਾ ਕਹਿਲਾਂਦਾ ਹੈ। ਤਾਂ ਅਸੀਂ ਸਿਮਰਨ ਦੀ ਸਟੇਟ ਵਿੱਚ ਹਾਂ, ਤਾਂ ਮਾਨੋ ਸਾਨੂੰ ਸਿਮਰਨ ਦੀਆਂ ਬਰਕਤਾਂ, गॉड लाइक क्वालिटीज प्राप्त हो रही है, मैं उन्होंने जी पा रहा हाँ। सिर्फ 4 दीवारां च चौकड़ा मार लेना, 4 दीवारां च या जंगल ही जाके गुफा च चौकड़ा मार लेना, मेडिटेशन कर लेनी, माला फेर लेनी, या दुनिया नू बाहरों दसना मैं बड़ा धर्मी हाँ, पर अपने घर अपने टब्बर दे नाल मिसबिहेव करना, सप्रेस करना, क्रोध करना, एक्सप्लॉइट करना, ब्लैकमेलिंग करना, वार्निंग देना, गल गल ते रूस जाना, रोटी ना खाना, बोलना ना, मुंह इधर कर लेना, सब कुछ है जो होंदा है ना। पत्नी कहती है मैं मायके चली जाऊं, है ना होंदा है ना। बच्चे कहते एक बारी बड़ा हो गया ना, कमाई करूंगा, घर नहीं आऊंगा, फिर तुम्हारी ये नहीं मानूंगा, एंड एक दूसरे को वार्निंग देते हैं। तो जो चंगे गुण कमाता है, मानो हक हलाल दी कमाई कर रहा है, मानो कंजूस नहीं है, मानो दूसरे वंड छक रहा है चंगे गुणा नू, क्योंकि उन्हें कैपिटल कमाया है। माई खाट आयो कर पूता, मेरा मन पूता प्रॉफिटेबल बिजनेस करके ले आया है। असी प्रॉफिट पैसे नू समझ रहे सी, असी प्रॉफिट कंपनी दे अंदर कितने बेनिफिट्स हो गए, कितनी कंपनी ग्रो कर गई है ना रख रहे सी। असी प्रॉफिट सोच रहे सी मेरी तनख्वाह बढ़ गई है, 50,000 तो लाख हो गई है, यही समझ रहे सी। जे मैं ग्रीडी अंदरों आना तो मनु यह चीज बॉदर करेगी कि मेरा मकान ते 2 करोड़ दा सी, ओहो कोरोना करके टैपिया है ते हुण 1.25 करोड़ दा भी नहीं विकदा, ते दिन रात ब्लड प्रेशर हाई है, घाटे पै गए ने, लुटे गए हाँ, हाय पता नहीं की बनेगा, है ना। अंदरों नहीं कमाया होया ना, संतोख नहीं कमाया होया, संतोख दा धन नहीं कमाया, नहीं कमाया, निंदा भी आएगी, क्रोध भी आएगा, नफरत भी आएगी, बैक बाइटिंग भी करांगे, भैड़े बोल भी बोलांगे, काचा धन कमाई जाता है। इवल वाइसेस डायरेक्टर कमाई जाओ, ऐसा जो हक हलाल दी कमाई दा डिस्कस कर रहे हैं ना, इनू ना आज ते लेके आओ। फॉर एग्जाम्पल आज कोरोना है, कोरोना करके कितनी स्कार्सिटी हो गई है, कितना कुछ ऐसे हो गया है कि कई तो आइटमें बिक ही नहीं रही हैं, और जिन आइटमों की वैल्यू है, जो लोगों को जरूरत है, उनको हमने दबा के रख लिया है। 10 रुपए वाली चीज हम 50 रुपए में बेच रहे हैं।
म्यूचुअल बेनिफिट आउट, लूट शुरू, ब्लैक मार्केटिंग शुरू, है ना। एंज जे मैं अंदरों लोभी हाँ, अंदरों मैं संतोखी नहीं हाँ, अंदरों मैं डिसकंटेंटेड हाँ, मैं अवगुण कमाए ने, मैं चंगे गुणा दी हक लाल दी। चंगे गुण कमाना तो मेरा हक सी, हर किसी का हक है। पहला मैं पुत्र नाल प्यो का कंपैरिजन कीता सी ना, स्विच करो। प्यो कह रहा बेटा मैंने ना सारी उम्र अपने दोस्तों के साथ ना पार्टियां अटेंड की हैं, हमने लोगों को शराबें पिलाई भी है, लोगों के साथ शराबें पी भी हैं, उन्होंने अपने ब्याह शादी पे शराबें बांटी भी हैं। अब तेरी जब शादी होगी ना, मैंने शराब जरूर बांटनी है। पुत्र का हक है चंगा गुण कमाना। पुत्र कहता पापा एक तो मैं दाज नहीं लेना, ते दूजा मैं शराब नाल ब्याह नहीं करना। पुत्र का हक है, प्यो कैन नॉट इंपोज, समाज कैन नॉट इंपोज, सोसाइटी का प्रेशर खत्म। कोई भला कहो भावे बुरा को, हम तन दियो है ढार, लोगन की चितराई बातें बैसंतर जार। अजी हमने तो चंगा गुण कमा लिया, हम तो दुनिया को खुश करने के लिए शराब नहीं बांटते हैं, ना पीते हैं ना पिलाते हैं, चंगा गुण कमा लिया। तो जो चंगा गुण कमा लेंदे आ ਤਾਂ ਅਸੀਂ ਬਾਹਰੋਂ ਵੀ ਰਿਸ਼ਵਤ नहीं ਲੈਂਦੇ ਆ। ਸਕਾਰਸਿਟੀ ਜਿਹਨੂੰ मैं कह रहा ਉਹਨੂੰ ਇੰਜ ਹੀ ਕਹਿ ਸਕਦੇ ਆ ਕਿ ਅਸੀਂ थुड़ हो गई है, काल पै गया है, पानी नहीं है, फूड ग्रो नहीं होया, कैलेमिटी हो गई है, भूचाल आ गया है। ਅਸੀਂ ਇੱਕ ਸ਼ਬਦ ਵਿੱਚ ਡਿਸਕਸ ਕੀਤਾ ਸੀ ਨਾ ਕਿ ਜਦੋਂ ਜਾਪਾਨ ਭੂਚਾਲ ਆਇਆ ਸੀ ਕਿ ਸੁਨਾਮੀ ਉੱਥੇ ਉਹਨੂੰ ਪੁੱਛਦਾ ਹੈ ਕਿ ਲਾਈਟ ਚਲੀ ਗਈ ਹੈ ਤਾਂ ਤੁਸੀਂ ਆਪਣੀ ਬੈਟਰੀ ਸਸਤੀ मतलब बहुत नॉमिनल प्राइस ਤੇ ਜਾਂ ਸਸਤੀ ਕਿਉਂ ਵੇਚ ਰਹੇ ਹੋ। ਤਾਂ ਉਹਨੇ ਕਿਹਾ ਮੈਂ ਲੋਕਾਂ ਦੀ ਸਫਰਿੰਗਸ ਚੋਂ ਨਹੀਂ ਕਮਾਉਣਾ ਚਾਹੁੰਦਾ। पीपल आर सफरिंग, मैं अपनी आइटम का दाम बढ़ा दूं। ਇਹਦਾ ਮਤਲਬ ਸਾਡਾ ਜਿਹੜਾ ਬਾਹਰਲਾ ਸਮਾਜ ਹੈ ਨਾ, ਇਹਨੂੰ ਬੈਨੀਫਿਟ ਹੁੰਦਾ ਹੈ ਜੇ ਅਸੀਂ ਚੰਗੇ ਗੁਣ ਕਮਾਉਂਦੇ ਹਾਂ, जे ਅਸੀਂ आइडियल्स कमाते हैं। जब हम आइडियल्स को, चंगे गुणों को, वर्च्यूज को कमाते जाते हैं ना, फिर अंदर से फिक्स अप जो हो जाते हैं, उसके कारण हमारा बेनिफिट समाज को होता है। हम समाज को लूटते नहीं है, समाज को क्रश नहीं करते हैं, समाज की गर्दन नहीं काटते हैं, समाज का खून नहीं चूसते हैं। पराया हक खाना मतलब दूसरों का खून चूसना है ना। ਵੀਰੇ ਜਿਵੇਂ ਤੁਸੀਂ ਕਹਿ ਰਹੇ ਹੋ ਨਾ, ਤਾਂ ਹੁਣੇ ਅਸੀਂ ਜਿਹੜੇ ਬੈਂਕ ਸੌਰੀ ਜਿਵੇਂ ਅਸੀਂ ਹੁਣੇ ਮਕਾਨ ਦੇਖ ਬੋਲੋ ਤਾਂ ਨਾਰਮਲੀ ਅਸੀਂ ਕੋਈ ਲੋਕਾਂ ਕੋਲ ਗਏ ਤੇ ਵੀ ਸੁਣਨ ਨੂੰ ਮਿਲਿਆ ਕਿ ਉਹ ਕਹਿੰਦੇ ਨੇ ਕਿ ਜਦੋਂ ਕੋਈ ਗਰਜਮੰਦ ਹੋਏ ਨਾ, ਫਿਰ ਅਸੀਂ ਉਹਦੀ ਪ੍ਰਾਪਰਟੀ ਸਸਤੇ ਚ ਚੁੱਕ ਲਈਦੀ ਹੈ। ਸੋ ਯੂ ਆਰ ਰਾਈਟ ਕਿ ਅਸੀਂ ਲੋਕਾਂ ਦੀ ਨੀਡ ਦਾ ਫਾਇਦਾ ਚੁੱਕਣਾ ਹੀ ਸਿੱਖਦੇ ਜਾਂਦੇ ਆ। ਸੋ ਮੈਨੂੰ ਯਾਦ ਹੈ ਕਿ ਜਿਹੜੇ ਬੈਂਕਾਕ ਵਾਲੇ ਪ੍ਰਕਾਸ਼ ਕੌਰ ਮੰਮੀ ਜੀ ਸੀ, ਉਹਨਾਂ ਦੀ ਇੱਕ ਡਾਇਰੀ ਉਹਨਾਂ ਨੇ ਬਣਾਈ ਹੋਈ ਸੀ। ਉਸ ਡਾਇਰੀ ਚ ਉਹਨਾਂ ਨੇ ਨਾ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਬੁੱਕ ਚੋਂ ਨਾ ਇੱਕ ਸੈਂਟੈਂਸ ਲਿਖਿਆ ਹੋਇਆ ਸੀ। ਮੈਨੂੰ ਉਹ ਸੈਂਟੈਂਸ ਯਾਦ ਆ ਰਿਹਾ। ਸੈਂਟੈਂਸ ਪਤਾ ਕੀ ਸੀ? ਮਿਹਨਤ ਕਸ਼ਾਂ ਦੀ ਕਮਾਈ ਦਾ ਮਿਹਨਤਾਨਾ ਪੂਰਾ ਨਾ ਦੇ ਕੇ, मेहनत कशा दी कमाई दा मेहनताना पूरा ना देके, मीन्स मैंने बोला मैं तुमको 10 रुपए प्रति घंटा दूंगा काम करने पर, और मैं उसको पे करते टाइम 6 रुपए दे रहा हूं या 4 रुपए दे रहा हूं, तो मैं उसके जो फुल पेमेंट थी उसका मैंने चोरी कर ली ना जी, खून चूस लिया ना।
है ना। ਇਹਨੂੰ ਕਹਿੰਦੇ ਮਿਹਨਤ ਕਸ਼ਾਂ ਦੀ मेहनत दी कमाई नू चुरा के उसको उसकी पूरी मंथली नहीं दी, जो उसकी वर्थ बनती थी वो नहीं दी, रोक ली। जब ये नौकरी छोड़ेगा तो मैं कहूँ पैसे नहीं मिलेंगे बाकी के, ऐसे करते हैं ना कई लोग। अच्छा, मेहनत कशा दी मेहनत दी कमाई नू चुरा के धार्मिक स्थान ते जाके पूड़ियां दा दान करन वाले सेठ हक हलाल दी कमाई वाले नहीं होंदे, पहुंच जाते ने धार्मिक स्थान ते पूड़ियां दा दान करन। ਇਹਦਾ मतलब ਅਸੀਂ ਵੀ ਆਪਣੇ ਨਗਰ ਕੀਰਤਨਾਂ ਵਿੱਚ ਲੋਕਾਂ ਨੂੰ ਜੋ ਖਵਾ ਰਹੇ ਹਾਂ, ਸਾਨੂੰ ਇਹ ਵੀ ਸੋਚਣਾ ਪਏਗਾ ਕਿ ਕੀ ਮੈਂ ਧਾਰਮਿਕ ਸਥਾਨ ਤੇ ਸੰਗਮਰਮਰ ਔਰ ਪੱਖੇ ਲਵਾ ਦਿੰਦਾ ਹਾਂ, ਪਰ ਮੈਂ ਆਪਣੇ ਥੱਲੇ ਕੰਮ ਕਰਨ ਵਾਲਿਆਂ ਦਾ, ਉਹਨਾਂ ਦਾ ਮਿਹਨਤਾਨਾ ਪੂਰਾ ਦਿੰਦਾ ਹਾਂ। ਸੋ ਇਹ ਸਾਰਾ ਕੁਝ ਸਾਨੂੰ ਤਾਂ ਆਏਗਾ ਜੇ ਮੈਂ ਵਰਚੂਜ਼ ਦੀ, ਮੇਰੇ ਹੱਕ ਦੀ, ਮੇਰਾ ਹੱਕ ਕੀ ਹੈ? वर्च्यूज कमा। मेरा हक की है आइडियल्स को जीना सीख, ए हक है, एदी कमाई करया कर ताकि तू भी सुखी और आसपास वाला सारा समाज, सारी दुनिया सुखी। जेड़े मां प्यो दा बच्चा ऐ सीख जांदा है ना, ਉਹ ਮਾਂ ਪਿਓ ਨੇ ਬਿਲੀਅਨਸ ਆਫ ਡਾਲਰਸ ਕਮਾ ਲਏ, ਕਿਉਂਕਿ ਉਹਨਾਂ ਦਾ ਬੱਚਾ ਬੇਈਮਾਨੀ, हेरा फेरी, हिपोक्रेसी, झूठ बोल के, दूसरे का खून चूस के, रिश्वत लेके बेनिफिट नहीं लेगा। उन्हें करैक्टर कमा लिया, एज इफ मां प्यो ने बिलियंस ऑफ डॉलर्स की प्रॉपर्टी दे दी अपने बच्चे नू, बच्चे का अंदरों करैक्टर बना दिता सॉलिड। पर अगर मैं प्रॉपर्टी दा या किसी किस्म दा बिजनेस करा और मैं झूठ बोल बोल के कमावा, और मेरे वाली अक्ल ट्रिक झूठ बोलने दी गेम मेरा बच्चा सीख जाए और वो मेरे तो भी ज्यादा कमाए, ए कामयाबी नहीं है, ए प्रॉस्पेरिटी नहीं है, ए हक लाल दी कमाई नहीं है, ए सिमरन नहीं होया। हर हर करें नित कपट कमावे, हिरदा शुद्ध ना होई। वीण मन मारे कोई ना सिद्धि वेखो को लिव लाए। सो अमन जी, जो मैं आज पॉइंट्स डिस्कस किए ने, म्यूचुअल बेनिफिट अगर बाहरली दुनिया का देखना है तो म्यूचुअल बेनिफिट ता आएगा जे मेरे बिहेवियर नाल मैं भी अंदरों सुखी हाँ और दूजे नूं मैं सुखी रख। म्यूचुअल बेनिफिट तो इलावा जे मैं चंगे गुण कमा के इन्हां नूं वरतदा हां तां मैं कंजूस माइजर नहीं हाँ। इनू साचा धन कहंदे ने, साचा धन खावो खर्चो टूट ना आवे, वधो जाई। प्यू दादे दा खजाना है, प्यू दादे दा खजाना पता की है? चंगे गुण। अपनी विरासत विच अपने बच्चे नूं चंगे गुण दईए, संतोखी बनाइए। ऊपर बेटी को बेटी जाना सीखे, ऊपर स्त्री को मात बखाने सीखे। वेख पराइयां चंगियां मावां धीआं भैणां जाने। साडा बच्चा गली और समाज में जाके किसी दी बच्ची नूं छेड़े ना, कमा लिया ना। सिमरन दियां बरकतां, प्रॉस्पेरिटी, खुशहाली। सो जदों असी बेनिफिट्स वाला पॉइंट सिर्फ अपने ते लगा लेंदे हां और दूजे नूं नहीं दिंदे हां, तां असी रिश्वत भी लेंदे हां, ब्लैक मार्केटिंग भी करदे हां, धोखा भी दिंदे हां, मिसबिहेव भी करदे हां और सैल्फिश भी हो जाते हां। तां सिमरन दियां बरकतां नहीं रहिंदियां, तां मानो असी मर गए।
ਸਰੀਰਕ ਤੌਰ ਤੇ ਬਾਹਰੋਂ ਲੱਗਦਾ ਪ੍ਰੋਸਪਰਸ ਹੋ ਗਏ, ਪਰ ਨਹੀਂ, ਘਰੋਂ ਵੀ ਬਾਹਰੋਂ ਵੀ ਸਭ ਜਗ੍ਹਾ ਆਪਣੇ ਵਾਸਤੇ ਨਰਕ ਬਣਾ ਲਿਆ। ਸੋ ਅਸੀਂ ਅੱਜ ਸਮਝਿਆ ਹੱਕ ਲਾਲ ਦੀ ਕਮਾਈ ਕੀ ਹੁੰਦਾ ਹੈ। ਰੀਅਲ ਸੈਂਸ ਵਿੱਚ ਕਿਰਤ ਕਰੋ ਹੁੰਦਾ ਹੈ ਚੰਗੇ ਗੁਣਾਂ ਦੀ ਕਮਾਈ ਕਰਨਾ, ਅਰਨਿੰਗ ਵਨਸ ਲਾਈਵਲੀਹੁੱਡ ਥਰੂ ਫੇਅਰ ਮੀਨਸ। ਹੁਣ ਮੈਂ ਬੇਨਤੀ ਕਰਾਂਗਾ ਕਿ ਜੇ ਤੁਹਾਡੇ ਕੋਲ ਵਿੰਦਰੀ ਭੂਆ ਜੀ ਨੇ ਤਾਂ ਉਹਨਾਂ ਨੂੰ ਪੁੱਛ ਲਓ, ਜਸਮੀਤ ਹੈ, ਸੁਖਵਿੰਦਰ ਸਿੰਘ ਹੈ, ਉਧਰ ਜੋਗੀ ਹੈ, ਉਧਰ ਸੁਖਵੰਤ ਕੌਰ ਹੈ, ਉਧਰ ਇੰਦਰਪਾਲ ਕੌਰ ਹੈ, ਉਧਰ ਮਹਿੰਦਰਪਾਲ ਸਿੰਘ ਜੀ ਨੇ। ਕੋਈ ਵੀ ਜੋ ਸ਼ੇਅਰਿੰਗ ਕਰਨਾ ਚਾਹੁੰਦਾ ਹੈ ਜਾਂ ਕੁਐਸਚਨ ਤੁਸੀਂ ਲੈ ਸਕਦੇ ਹੋ। ਹਾਂਜੀ, ਅਸੀਂ ਰਿਕੁਐਸਟ ਕਰਾਂਗੇ ਬਿਕਾਜ਼ ਆਈ ਥਿੰਕ ਵਿੰਦਰੀ ਭੂਆ ਜੀ ਅੱਜ ਅਵੇਲੇਬਲ ਨਹੀਂ ਨੇ, ਬਟ ਪਲੀਜ਼ ਆਪਣਾ ਹੈਂਡ ਰੇਜ਼ ਕਰ ਸਕਦੇ ਹੋ ਤੁਸੀਂ ਜੇ ਤੁਹਾਡਾ ਕੋਈ ਸਵਾਲ ਹੈ ਤੇ ਪਲੀਜ਼ you can share your views about this, or if you have some questions you can put it on the message, we can ask ਵੀਰ ਜੀ ਕਿਉਂਕਿ ਅੱਜ ਦਾ ਟੌਪਿਕ ਹੈ ਹੀ, ਆਈ ਥਿੰਕ ਵੀਰ ਜੀ ਨੇ ਜੋ ਨਵੇਂ ਮੀਨਿੰਗਸ ਦਿੱਤੇ ਨੇ ਇਸ ਸਬਜੈਕਟ ਬਾਰੇ ਉਹ ਆਈ ਥਿੰਕ ਕਾਫੀ ਹੀ ਯੂਜ਼ਫੁਲ ਔਰ ਕਾਫੀ ਹੀ ਰੀਅਲ ਨੇ, ਔਰ ਆਈ ਥਿੰਕ ਆਉਣ ਵਾਲੀਆਂ ਸੈਂਚੁਰੀਜ਼ ਤੱਕ ਜਿਹੜਾ ਅਸੀਂ ਇਹਦਾ ਫਰੂਟ ਰੀਪ ਕਰਾਂਗੇ। ਸੋ ਨਾਓ ਆਈ ਵੁੱਡ ਰਿਕੁਐਸਟ ਸੰਗਤ ਵਿੱਚੋਂ ਜੇ ਕੋਈ ਸਾਡੇ ਨਾਲ ਸਾਂਝ ਕਰਨਾ ਚਾਹੇ ਤਾਂ ਪਲੀਜ਼। ਨਿਊ ਜਰਸੀ ਤੋਂ ਡਾਕਟਰ ਸਾਹਿਬ ਚਰਨਦੀਪ, ਲਿਵਲੀਨ, ਰਿਚੀਪਾਲ, ਔਰ ਕੈਨੇਡਾ ਤੋਂ ਇੰਦਰਪਾਲ, ਜਾਂ ਆਸਟ੍ਰੇਲੀਆ ਤੋਂ, ਕੈਨੇਡਾ ਤੋਂ, ਜਿੱਥੋਂ ਵੀ ਕੋਈ ਵੀ ਹੈ ਤੁਸੀਂ ਸਭ ਦੀ ਸ਼ੇਅਰਿੰਗ ਲੈ ਸਕਦੇ ਹੋ ਜਾਂ ਕੁਐਸਚਨ ਆਨਸਰ ਕਰ ਸਕਦੇ ਹੋ। ਸਿੰਗਾਪੁਰ, ਦੁਬਈ, ਜੋ ਆਨਲਾਈਨ ਨੇ। ਰਾਈਟ, ਸੁਖਵੰਤ ਜੀ ਹੈਗੇ ਨੇ ਸਾਡੇ ਨਾਲ, ਅਗਰ ਭਾਬੀ ਜੀ ਕੁਝ ਸਾਡੇ ਨਾਲ ਸ਼ੇਅਰ ਕਰਨਾ ਚਾਹਣ ਤੇ ਆਈ ਥਿੰਕ ਸਾਡੇ ਕੋਲ ਕੋਈ ਅਵੇਲੇਬਲ ਨਹੀਂ ਹੈ ਹਜੇ। ਸੋ ਹਾਂਜੀ ਹਰਪ੍ਰੀਤ ਪਲੀਜ਼, ਮੈਂ ਤੁਹਾਨੂੰ ਅਲਾਉ ਕਰ ਰਿਹਾ। ਜੀ ਹਰਪ੍ਰੀਤ ਜੀ ਤੁਸੀਂ ਹੁਣ ਅਨਮਿਊਟ ਕਰ ਸਕਦੇ ਹੋ। ਜੀ ਹਰਪ੍ਰੀਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੱਕ ਹਲਾਲ ਦੀ ਕਮਾਈ ਕਰਨ ਦੇ ਪੱਖੋਂ ਮੈਂ ਇੱਕ ਪੁਆਇੰਟ ਸੋਚ ਰਿਹਾ ਸੀਗਾ ਕਿ ਬਾਣੀ ਵਿੱਚ ਸ਼ਬਦ ਆਉਂਦਾ ਹੈ ਕਿ ਮਨ ਕਰ ਕਬੂ ਨਾ ਹਰ ਗੁਣ ਗਾਇਓ, ਵਿਖਿਆ ਸਖਤ ਰੇਉਨਿਸ ਬਾਸੂ। ਜਦੋਂ ਗੁਣਾਂ ਨੂੰ ਕਮਾਉਣ ਦੀ ਗੱਲ ਆਉਂਦੀ ਹੈ ਤੇ ਅਸੀਂ ਨਾ 50-50 ਹੋ ਕੇ ਚੱਲਦੇ ਹਾਂ। ਸਾਧੂ ਵੀ ਭੁੱਖਾ ਨਾ ਰਹੇ, ਸ਼ੈਤਾਨ ਵੀ ਬੇਜ਼ਾਰ ਨਾ ਹੋ। ਅਸੀਂ ਸਾਰੇ ਜਾਣਦੇ ਹਾਂ, ਵੀਰ ਜੀ ਨੇ ਵੀ ਹੁਣ ਪੁਆਇੰਟ ਡਿਸਕਸ ਕੀਤਾ ਕਿ ਵੀ ਕਿਰਤ ਕਰੋ ਅਸੀਂ ਜਿਸ ਸੈਂਸ ਵਿੱਚ ਕੀ ਹੈ ਕਿ ਗੁਣਾਂ ਨੂੰ ਕਮਾਣਾ, ਪਰ ਅਸੀਂ ਮਨ ਕਰਕੇ ਜੇ ਕਮਾਵਾਂਗੇ ਨਾ ਤਾਂ ਅਸੀਂ 50-50 ਨਹੀਂ ਦਿਖਾਂਗੇ ਉਸ ਚੀਜ਼ ਨੂੰ। ਉਹ ਅਸੀਂ ਸਾਡੀ ਟੌਪ ਮੋਸਟ ਪ੍ਰਾਇੋਰਟੀ ਹੋਏਗੀ ਕਿ ਮੈਨੂੰ ਅਗਰ ਆਪਣਾ ਕੋਈ ਅਵਗੁਣ ਸਮਝ ਆ ਰਿਹਾ ਹੈ ਤੇ ਉਸਨੂੰ ਸ਼ੋਰ ਸ਼ਾਰਟ ਮਨ ਕਰਕੇ ਮੈਂ ਦੂਰ ਕਰਨਾ, ਨਾ ਕਿ ਉਸਨੂੰ ਇਹ ਕਰਨਾ ਕਿ ਯਾਰ ਕਿਧਰੇ ਤੇ ਮੈਨੂੰ ਉਹਦਾ ਅਗਰ ਯੂਜ਼ ਕਰਨਾ ਹੈ ਤੇ ਮੈਂ ਅਵਗੁਣ ਵੀ ਯੂਜ਼ ਕਰ ਲਾ, ਕਿਤੇ ਮੈਨੂੰ ਨਹੀਂ ਲੋੜ ਅਗਰ ਮੈਨੂੰ ਜਿੱਥੇ ਉੱਥੇ ਮੈਂ ਗੁਣ ਆਪਣੇ ਆਪ ਨੂੰ ਐਵੇਂ ਪ੍ਰੈਜ਼ੈਂਟ ਕਰਾਂ ਕਿ ਮੈਂ ਬੜਾ ਗੁਣਾ ਵਾਲਾ, ਪਰ ਜਿੱਥੇ ਮੈਨੂੰ ਅਵਗੁਣ ਕਰਨ ਦੀ ਲੋੜ ਪਵੇ ਤੇ ਮੈਂ ਅਵਗੁਣ ਕਰ ਲਵਾਂ। ਸੋ ਮਨ ਕਰ ਕਬੂ ਨਾ ਹਰ ਗੁਣ ਗਾਓ ਵਾਲੀ ਜਿਹੜੀ ਗੱਲ ਹੈਗੀ ਹੈ ਉਹ ਇਹੀ ਪੁਆਇੰਟ ਹੈ ਕਿ ਅਸੀਂ ਮਨ ਕਰਕੇ ਬਾਕੀ ਆਪਣੇ ਅਵਗੁਣਾਂ ਨੂੰ ਛੱਡਣ ਬਾਰੇ ਉਸ ਪੁਆਇੰਟ ਤੇ ਸੋਚ ਕੇ ਉਸਨੂੰ ਮਨ ਕਰਕੇ ਛੱਡੀਏ ਤੇ ਇਸਨੂੰ ਜਿਹੜਾ ਹੱਕ ਹਲਾਲ ਦੀ ਕਮਾਈ ਕਰਨੀ ਫੇਅਰ ਮੀਨਸ ਇਹੀ ਹੋਏਗਾ ਤੇ ਇਹੀ ਹੱਕ ਹਲਾਲ ਦੀ ਕਮਾਈ ਕਰਨਾ। ਮੈਨੂੰ ਇਹਦੇ ਵਿੱਚੋਂ ਇਹ ਪੁਆਇੰਟ ਸਮਝ ਆ ਰਿਹਾ ਸੀ ਤੇ ਮੈਂ ਸ਼ੇਅਰ ਕਰਨਾ ਚਾਹੁੰਦਾ ਸੀਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਹਰਪ੍ਰੀਤ ਜੀ। ਆਈ ਥਿੰਕ ਤੁਹਾਡਾ ਪੁਆਇੰਟ ਬਹੁਤ ਵੈਲਿਡ ਹੈ ਕਿ ਬਿਲਕੁਲ ਸਾਨੂੰ ਨਿਰਪੱਖ ਹੋ ਕੇ ਔਰ ਕਮਿਟਡ ਹੋ ਕੇ ਹੀ ਚੱਲਣਾ ਚਾਹੀਦਾ, ਤਾਂ ਹੀ ਅਸੀਂ ਰੀਅਲ ਲਾਈਫ ਵਿੱਚ ਉਹਦਾ ਕੁਝ ਬੈਨੀਫਿਟ ਲੈ ਸਕਦੇ ਹਾਂ। ਤੇ ਜਿਵੇਂ ਵੀਰ ਜੀ ਨੇ ਕਿਹਾ ਤਾਂ ਮੈਨੂੰ ਇੰਝ ਵੀ ਸਮਝ ਆਉਂਦਾ ਕਿ ਵੀ ਜਦੋਂ ਮਿਹਨਤਾਨੇ ਦੀ ਗੱਲ ਕਰਦੇ ਨੇ ਤੇ ਉਹਦੇ ਵਿੱਚ ਇਹ ਵੀ ਹੈ ਕਿ ਜਦੋਂ ਸਾਡੇ ਵਾਸਤੇ ਕੋਈ ਚੰਗਾ ਕੰਮ ਕਰਦਾ ਹੈ, ਔਰ ਬਹੁਤ ਚਿਰ ਪਹਿਲਾਂ ਮੈਨੂੰ ਯਾਦ ਹੈ ਜਿਹਨੇ ਸਾਨੂੰ ਕਿਹਾ ਸੀ ਕਿ ਵੀ
ਜੇ ਕੋਈ ਤੁਹਾਡੇ ਵਾਸਤੇ ਕੁਝ ਕਰਦਾ ਹੈ ਤਾਂ ਉਹਨੂੰ ਥੈਂਕਸ ਕਹਿਣਾ ਔਰ ਉਹਦੇ ਲਈ ਗ੍ਰੈਟੀਟਿਊਡ ਸ਼ੋ ਕਰਨਾ ਵੀ ਆਈ ਥਿੰਕ ਹੱਕ ਹਲਾਲ ਦੀ ਕਮਾਈ ਹੈ। ਜਦੋਂ ਅਸੀਂ ਕਿਸੇ ਨੂੰ ਸ਼ੁਕਰਗੁਜ਼ਾਰ ਨਹੀਂ ਹੁੰਦੇ ਆ, ਕਿਸੇ ਨੂੰ ਥੈਂਕਸ ਨਹੀਂ ਦਿੰਦੇ ਆ, ਤੇ ਆਈ ਐਂਟੀਸਿਪੇਟ ਕਿ ਅਸੀਂ ਉੱਥੇ ਵੀ ਆਪਣੀ ਕੰਜੂਸੀ ਦਿਖਾ ਰਹੇ ਹਾਂ ਔਰ ਆਪਣੇ ਆਪ ਨੂੰ ਇਸ ਸੁੱਖ ਤੋਂ ਵਾਂਝਾ ਰੱਖ ਰਹੇ ਹਾਂ ਔਰ ਅਸੀਂ ਨਿੱਘਰ ਹੁੰਦੇ ਜਾ ਰਹੇ ਹਾਂ। ਵੀ ਆਰ ਬਿਕਮਿੰਗ ਮੋਰ ਐਂਡ ਮੋਰ ਕੋਲਡ। ਪਰ ਆਪਣਾ ਜੈਸਟਰ ਸ਼ੋ ਕਰਕੇ ਅਸੀਂ ਲੋਕਾਂ ਦਾ ਦਿਲ ਵੀ ਜਿੱਤ ਸਕਦੇ ਹਾਂ ਤੇ ਬਿਲਕੁਲ ਸੱਚ ਨਾਲ ਅਲਾਈਨ ਹੋ ਕੇ ਵੀ ਉਹਦੇ ਬੈਨੀਫਿਟਸ ਚੁੱਕ ਸਕਦੇ ਹਾਂ। ਹੁਣ ਮੈਂ ਆਈਪੀ ਆਂਟੀ ਨੂੰ ਰਿਕੁਐਸਟ ਕਰਾਂਗਾ, ਉਹ ਸਾਡੇ ਨਾਲ ਸਾਂਝ ਕਰਨਾ ਚਾਹੁੰਦੇ ਨੇ, ਪਲੀਜ਼ ਜੀ ਆਇਆ। ਅਮਨ ਜੀ ਜੋਗੀ ਦੀਦੀ ਵੀ ਲੈ ਲੈਣਾ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਆਵਾਜ਼ ਠੀਕ ਹੋ ਰਹੀ ਹੈ? ਠੀਕ ਹੈ ਜੀ। ਆਈ ਡੋਂਟ ਨੋ ਵਾਪਿਸ ਮੈਨੂੰ ਆ ਹਾਂ, ਤੁਹਾਡੇ ਉੱਥੇ ਪ੍ਰੋਬਲਮ ਹੋਏਗੀ ਜੋ ਇਕੋ ਹੋ ਰਹੀ ਹੈ, ਸਾਡੇ ਇੱਥੇ ਪਰਫੈਕਟ ਹੈ। ਓਕੇ, ਜੀ ਉੱਥੇ ਕਲੀਅਰ ਹੈ ਤੇ ਮੈਂ ਕੋਸ਼ਿਸ਼ ਕਰਦੀ ਹਾਂ ਇਸ ਗੱਲ ਨੂੰ ਸਾਂਝ ਕਰਨ ਦੀ। ਨਹੀਂ ਨਹੀਂ, ਐਕੋ ਹੋ ਰਹੀ ਹੈ, ਤੁਸੀਂ ਲੌਗ ਆਊਟ ਕਰਕੇ ਲੌਗ ਇਨ ਕਰੋ। ਐਕਚੁਅਲੀ ਜਿੱਥੇ ਮੈਂ ਰਹਿ ਰਹੀ ਹਾਂ ਕੋਈ ਇੰਟਰਨੈਟ ਹੈ ਨਹੀਂ, ਸੋ ਆਈ ਡੋਂਟ ਨੋ ਡਾਟਾ ਦੇ ਵਿੱਚੋਂ ਮੇਬੀ ਇਟ ਮੇ ਨਾਟ ਬੀ ਵੈਰੀ ਸਟਰੋਂਗ। ਨਹੀਂ, ਇਟ ਇਜ਼ ਫਾਈਨ। It is fine ਤੇ ਮੈਂ ਫਿਰ ਥੋੜਾ ਜਿਹਾ ਪੇਸ਼ ਕਰ ਦਿੰਦੀ ਹਾਂ because it might break internet. ਸੋ ਗੱਲ ਥੋੜਾ ਜਿਹਾ ਬੈਕ ਜੰਪ ਕਰਦੀ ਹਾਂ ਜਿੱਥੋਂ ਇਹ ਟੌਪਿਕ ਚੱਲ ਰਿਹਾ ਕਾਫੀ ਦਿਨਾਂ ਦਾ। ਟੌਪਿਕ ਹੈ ਸਿਮਰਨ ਦੀਆਂ ਬਰਕਤਾਂ। ਸਿਮਰਨ ਦੀ ਬਰਕਤਾਂ ਨੂੰ ਜੇਕਰ ਅਸੀਂ ਇੱਕ ਲਫ਼ਜ਼ ਦੇ ਵਿੱਚ ਦੁਬਾਰਾ ਪਾਈਏ ਤਾਂ ਉਹ ਹੈ ਮਨੁੱਖ ਦੀ ਕੌਨਸ਼ੀਅਸਨੈਸ ਰੇਜ਼ ਹੋਣਾ ਦੀ ਬਰਕਤ ਹੈ। ਕੌਨਸ਼ੀਅਸਨੈਸ ਮਨੁੱਖ ਦੀ, ਜਿਹਨੂੰ ਆਮ ਲਫ਼ਜ਼ਾਂ ਦੇ ਵਿੱਚ ਅਵੇਅਰਨੈਸ ਕਹਿੰਦੇ ਆ, ਅਵੇਅਰਨੈਸ ਨੂੰ ਅਸੀਂ ਫਿਜ਼ੀਕਲ ਤਲ ਤੇ ਯੂਜ਼ ਕਰਦੇ ਹਾਂ। ਕੌਨਸ਼ੀਅਸਨੈਸ ਇਜ਼ ਐਟ ਇਮੋਸ਼ਨਲ ਸਪਿਰਿਚੁਅਲ ਹਾਇਰ ਲੈਵਲ ਦੇ ਉੱਤੇ ਕਿ ਮੈਂ ਐਕਚੁਅਲੀ ਕਾਇਨਾਤ ਨਾਲ ਓਤ ਪ੍ਰੋਤ ਜੁੜੀ ਹੋਈਆਂ ਜਾਂ ਜੁੜਿਆ ਹੋਇਆ ਵਾਂ। ਇਹ ਸਿਮਰਨ ਦੀ ਬਰਕਤਾਂ ਦਾ ਅਲਟੀਮੇਟਲੀ ਨਿਚੋੜ ਹੈ। ਮੈਂ ਗੱਲ ਲੈ ਕੇ ਆ ਰਹੀ ਹਾਂ ਤੁਹਾਡੇ ਨਾਲ ਹੱਕ ਹਲਾਲ ਦੀ ਕਮਾਈ ਤੱਕ। ਹੁਣ ਚੂੰਕਿ ਸਿਮਰਨ ਦੀ ਬਰਕਤਾਂ ਨਾਲ ਇੱਕ ਹੁੰਦਾ ਹੈ ਮਨੁੱਖ ਦੀ ਪਰਸਨਲ ਕੌਨਸ਼ੀਅਸਨੈਸ, ਇੱਕ ਕਮਿਊਨਿਟੀ ਕੌਨਸ਼ੀਅਸਨੈਸ। ਪਰਸਨਲ ਕੌਨਸ਼ੀਅਸਨੈਸ ਵਿੱਚ ਬਹੁਤ ਮਨੁੱਖ ਅੱਗੇ ਨਿਕਲ ਜਾਂਦੇ ਨੇ, ਪਰ ਜਿਹੜੀ ਗੱਲ ਇੱਥੇ ਹੋ ਰਹੀ ਹੈ ਉਹ ਹੋ ਰਹੀ ਹੈ ਕਮਿਊਨਿਟੀ ਕੌਨਸ਼ੀਅਸਨੈਸ ਦੀ। ਤਾਂ ਅਸੀਂ ਦੇਖ ਰਹੇ ਹਾਂ ਕਿ ਲਿਵਿੰਗ ਸਟੈਂਡਰਡ ਤੇ ਇੰਪਰੂਵ ਹੀ ਨਹੀਂ ਹੋ ਰਿਹਾ। ਧਰਤੀ ਤੇ ਕੁਆਲਿਟੀ ਆਫ ਲਿਵਿੰਗ ਜਿਹੜੀ ਹੈ ਡੇ ਬਾਈ ਡੇ ਘਟਦੀ ਜਾ ਰਹੀ ਹੈ। be it the thought, be it the food, be it the environment, be it everything. ਇਹਦਾ ਮਤਲਬ ਅਸੀਂ ਸਿਮਰਨ ਦੀਆਂ ਬਰਕਤਾਂ ਤੋਂ ਵਾਂਝੇ ਹਾਂ, ਇੱਕ ਵਿਸ਼ਿਅਸ ਸਾਈਕਲ ਦੇ ਵਿੱਚ ਫਸੇ ਹੋਏ ਹਾਂ। Does it make sense? ਹੈਲੋ ਜੀ ਆਂਟੀ ਜੀ। ਹਾਂਜੀ, ਓਕੇ। ਸੋ ਹੁਣ ਜਿੱਥੇ ਗੱਲ ਆਈ ਹੱਕ ਹਲਾਲ ਦੀ ਕਮਾਈ ਦੀ, ਇਸ ਦਾ ਮਤਲਬ ਇਹ ਇੱਕ ਵਿਸ਼ਿਅਸ ਸਾਈਕਲ ਨੂੰ ਤੋੜਨ ਦਾ ਬੜਾ ਵੱਡਾ ਨਿਯਮ ਜੋ ਸਾਨੂੰ ਧਰਮ ਦੇ ਮਾਰਗ ਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਜਾਂ ਕਿੱਥੋਂ ਵੀ ਇਹ ਪ੍ਰਾਪਤ ਹੁੰਦਾ ਹੈ। ਉਹਦੇ ਵਿੱਚ ਕੀ ਹੈ ਕਿ ਜਦੋਂ ਮੈਂ ਆਪਣੇ ਹੱਕ ਨੂੰ ਸਮਝਾਂਗੀ, ਮੇਰਾ ਹੱਕ ਕੀ ਹੈ? ਕੁਦਰਤ ਨਾਲ ਇਕਮਿਕਤਾ। ਤਾਂ then obviously ਮੈਂ ਆਪਣੀ ਹਰ ਚੀਜ਼ ਨੂੰ ਬਿਹੇਵੀਅਰ ਤੋਂ, ਆਪਣੀ ਪ੍ਰੋਫੈਸ਼ਨ ਤੋਂ, ਆਪਣੀ ਹਰ ਚੀਜ਼ ਦੇ ਵਿੱਚ ਨਾ ਮੈਨੂੰ ਪਰਿਵਰਤਨ ਲਿਆਣਾ ਪਏਗਾ। ਉਹ ਅਤ ਲੋੜੀਂਦਾ ਹੈ। I mean, there is no other way ਕਿ without making the different new choices ਮੈਂ ਕਹਿ ਦਵਾਂ ਕਿ ਜਾਂ ਮੈਂ ਸਿਮਰਨ ਕਰ ਲਿੱਤਾ ਹੈ, ਜਾਂ ਮੈਂ ਕੁਦਰਤ ਨਾਲ ਇਕਮਿਕ ਹੋ ਗਈ ਹਾਂ, ਜਾਂ ਮੈਂ ਹੱਕ ਹਲਾਲ ਦੀ ਕਮਾਈ ਕਰ ਰਹੀ ਹਾਂ। ਸੋ ਹੱਕ ਹਲਾਲ ਦੀ ਕਮਾਈ ਤੇ ਜਦੋਂ ਅਸੀਂ ਵਾਪਸ ਜਾਵਾਂਗੇ ਕੁਦਰਤ ਵਿੱਚ, ਤਾਂ ਅਸੀਂ ਐਕਿਊਮੂਲੇਟ ਕਰ ਹੀ ਨਹੀਂ ਸਕਾਂਗੇ ਜੋ ਅਸੀਂ ਐਕਿਊਮੂਲੇਟ ਕਰ ਰਹੇ ਹਾਂ। ਫॉर एग्जाम्पल
related to food. This food is bringing all the diseases in today's world, full of pesticides, full of herbicides, and lacking the real minerals from the soil. ਹੁਣ ਇਹ ਸਾਡਾ ਹੱਕ ਹੈ ਇਸ soil ਨੂੰ ਅਸੀਂ ਬਚਾਈਏ। ਅੱਜ ਜਿਹੜਾ ਅਸੀਂ ਗੱਲ ਕਰ ਰਹੇ ਹਾਂ ਨਾ, ਅਸੀਂ ਆਪਣੇ ਬੱਚਿਆਂ ਨੂੰ profession ਦੇ ਵਿੱਚ ਹਾਈ ਸੋਰਸ ਆਫ ਇਨਕਮ ਵਾਲੇ profession ਵਾਸਤੇ ਇੰਸਪਾਇਰ ਕਰਦੇ ਹਾਂ। ਅਸੀਂ ਕਿਉਂ ਨਹੀਂ ਜਿਸ ਕੁਦਰਤ ਨੂੰ ਬਰਕਰਾਰ ਰੱਖ ਸਕਦੇ ਉਹ ਵਾਲੀਆਂ ਆਪਸ਼ਨ ਸਾਹਮਣੇ ਲਿਆਈਏ? ਅਸੀਂ ਡਰਦੇ ਹਾਂ। ਸੋ ਲੈਟਸ ਟੱਚ ਓਵਰ ਇਨਰ ਫੀਅਰ। ਜੇ ਬੱਚਾ ਸਾਡਾ ਘਰ ਆ ਕੇ ਕਹਿ ਦੇਵੇ ਨਾ, this job is more clean but paying me just $70,000 per year, but the other one very competitive, maybe 150 or 110, ਅਸੀਂ ਡਰਦੇ ਹਾਂ ਹਾਂ ਕਰਨ ਵਾਸਤੇ। ਬੇਟਾ go for it। ਅਸੀਂ ਅੰਦਰੋਂ ਕੰਮ ਜਾਂਦੇ ਆ। am I right? Right. ਸੋ ਜਿਹੜਾ ਇਹ ਇੱਕ ਮਿਕਤਾ ਹੈ ਨਾ ਸਿਮਰਨ ਦੀਆਂ ਬਰਕਤਾਂ ਦਾ, ਜਿਹੜਾ ਥਰੂ ਕੌਨਸ਼ੀਅਸਨੈਸ ਆਣਾ ਹੈ, ਐਂਡ ਕੌਨਸ਼ੀਅਸ ਨਾਲ ਮੈਂ ਜੋ ਚੂੰਕਿ ਮੇਰੇ ਸਬਜੈਕਟ ਇੱਕ ਡਿਫਰੈਂਟ ਹੈਗੇ ਨੇ, ਫੂਡ ਹੈ, ਨਿਊਟ੍ਰੀਸ਼ਨ ਹੈ, all the time I deal with this kind of natures, you know, how the nature heals, ਤਾਂ ਮੈਂ ਸੋਚਦੀ ਹਾਂ ਦਿਮਾਗ ਦੇ ਵਿੱਚ ਕਿ ਜੇ ਅਸੀਂ ਇਹ ਬਰਕਤ ਨੂੰ ਸਮਝਦੇ ਹਾਂ, ਜੇ ਅਸੀਂ ਕੁਦਰਤ ਨਾਲ ਜੁੜਦੇ ਹਾਂ, ਜੇ ਅਸੀਂ ਉਸ ਨੂੰ ਵਾਪਸ ਰਿਟਰਨ ਕਰਕੇ ਕੁਆਲਿਟੀ ਇੰਪਰੂਵ ਕਰਨਾ ਚਾਹੁੰਦੇ ਹਾਂ, ਤੇ ਬਾਕੀ ਚੋਇਸਿਸ ਆਟੋਮੈਟਿਕਲੀ ਦੇ ਕੀਪ ਹੈਪਨਿੰਗ। ਸਾਨੂੰ ਫੋਰਸ ਨਹੀਂ ਹੋਣਾ ਪਏਗਾ। ਜਿਸ ਮਨੁੱਖ ਨੂੰ ਸਮਝ ਆ ਗਿਆ ਕਿ ਯਾਰ ਇਹ ਮੈਂ ਖਵਾ ਕੇ ਆਪਣੇ ਬੱਚਿਆਂ ਨੂੰ ਕੈਂਸਰ ਤੱਕ ਲੈ ਕੇ ਜਾ ਰਿਹਾ, the person will leave that profession। ਉਹ ਜੋੜੇਗਾ ਨਹੀਂ ਕਿ ਜਦੋਂ ਕੈਂਸਰ ਹੋ ਜਾਏਗੀ ਤੇ ਸਭ ਤੋਂ ਵੱਡੇ ਹਸਪੀਟਲ ਦੇ ਵਿੱਚ ਇਹ ਥੈਰੇਪੀਜ਼ ਕਰਾ ਲਾਂਗਾ। The person will not be able to do that। Accumulation ਆਪਣੇ ਆਪ ਘਟਦੀ ਜਾਏਗੀ, ਮੋਨੋਮੀਲ ਸਿੰਪਲਿਸਿਟੀ ਦੇ ਉੱਤੇ ਪਰਸਨ ਜੁੜਦਾ ਜਾਏਗਾ, ਪ੍ਰੋਵਾਈਡਡ ਸਿਮਰਨ ਦੀ ਬਰਕਤਾਂ ਦਾ ਇਨਰ ਸੈਂਟਰ ਪੁਆਇੰਟ ਟੱਚ ਕੀਤਾ ਜਾ ਸਕੇ। I think this topic goes very deep ਮੇਰੇ ਆਪਣੇ ਅੰਦਰ, ਤੇ ਮੈਂ ਹੁਣ ਇਤਨਾ ਹੀ ਸਾਂਝ ਕਰਦੀ ਹਾਂ ਕਿ ਕਾਸ਼ ਭਲੇ ਇਸ ਬਰਕਤ ਨੂੰ ਸੀਖ ਕਰੀਏ। ਜੇ ਅੰਦਰੋਂ ਸੀਖ ਕਰਾਂਗੇ ਤਾਂ ਉਸ ਕੁਦਰਤ ਦੇ ਨਾਲ ਜਿਸ ਨੇ ਵੀ ਟੱਚ ਕੀਤਾ ਉਹਦਾ ਮਨ ਨਹੀਂ ਕਰੇਗਾ। I've seen people ਜਿਹੜੇ so simple ਹੋ ਕੇ ਆਟੋਮੈਟਿਕਲੀ ਹਾਈ ਥਿੰਕਿੰਗ ਕਰਕੇ ਸਹਿਜ ਸੁਭਾਏ ਹੀ ਰਿਟਰਨ ਕਰ ਰਹੇ ਨੇ, no extra efforts। So thank you so much Aman ji, नहीं तो मैं अगला पूरा ही कंटिन्यू रहना। Thank you for the time। Thank you ਆਂਟੀ ਜੀ। I think ਉਹਨਾਂ ਨੇ ਬਿਲਕੁਲ ਵੈਲਿਡ ਕਿਹਾ ਕਿ ਸਾਨੂੰ ਜਿਹੜਾ ਹੈ ਆਪਣੇ ਆਲੇ ਦੁਆਲੇ ਔਰ ਆਪਣੇ ਕਮਿਊਨਿਟੀ ਦੇ ਵਿੱਚ ਲੋਕਾਂ ਨੂੰ ਇਸ ਗੱਲ ਦਾ ਮਾਣ ਕਰਾਉਣਾ ਚਾਹੀਦਾ ਹੈ। ਜੇ ਕੋਈ ਵੀ ਬੰਦਾ ਇਸ ਪਾਸੇ ਆਪਣਾ ਇੱਕ ਕਦਮ ਚੁੱਕਦਾ ਹੈ ਤਾਂ ਸਾਨੂੰ ਉਹਨੂੰ ਪੂਰੀ ਤਰ੍ਹਾਂ ਸਪੋਰਟ ਕਰਨਾ ਚਾਹੀਦਾ ਹੈ, ਨਾ ਕਿ ਉਹਨੂੰ ਹੋਰ ਮਟੀਰੀਅਲਿਜ਼ਮ ਵਾਸਤੇ ਜਾਂ ਫਿਰ ਇਸ ਤਰ੍ਹਾਂ ਦੀ ਰੇਸ ਵਿੱਚ ਪਾਉਣ ਵਾਸਤੇ ਉਹਦੀ ਲਾਈਫ ਮੁਸ਼ਕਿਲ ਬਣਾਉਣੀ ਚਾਹੀਦੀ ਹੈ। ਸੋ ਨਾਓ ਆਈ ਵੁੱਡ ਰਿਕੁਐਸਟ ਜੋਗੀ ਵੀਰ ਜੀ ਕਿ ਪਲੀਜ਼ ਉਹ ਸਾਡੇ ਨਾਲ ਇਸ ਟੌਪਿਕ ਬਾਰੇ ਕੁਝ ਸ਼ੇਅਰਿੰਗ ਪਾਉਣ। जी ऑडिबल? जी हाँ जी। हाँ जी। वाहिगुरू जी खालसा वाहिगुरू जी की फतेह जी। टॉपिक काफ़ी इंटरेस्टिंग है और नवी लाइट भुपिंदर होना ने पाई है समझने वास्ते। मैं एक छोटी जी चीज़ शेयर करना चाहता सा अपनी लाइफ एक्सपीरियंस। जो मैं छोटा पढ़ता सी तो माय फादर वाज LDC ओनली, मेकिंग ओनली 150 रुपीज़ पर मंथ। तो बाकियां दे ਜਿਹੜੇ ਮੇਰੇ ਦੋਸਤ ਸਨ ਉਹ ਪੈਨ ਪੈਨਸਲਾਂ ਪੇਪਰ ਵਗੈਰਾ ਯੂਜ਼ ਕਰਦੇ ਸਨ, ਤੇ ਮੇਰਾ ਫਾਦਰ ਮੈਨੂੰ ਨਹੀਂ ਅਫੋਰਡ ਕਰ ਸਕਦਾ ਸੀ ਲੈ ਕੇ ਦੇ ਸਕਣ। ਤੇ ਮੈਂ ਸੋਚਦਾ ਵੀ ਇਹ ਕਿੱਥੋਂ ਲੈ ਕੇ ਆਉਂਦੇ ਮੇਰੇ ਦੋਸਤ ਵਗੈਰਾ। ਤਾਂ ਉਹਨਾਂ ਦੱਸਿਆ ਕਿ ਉਹਦੇ ਪੇਰੈਂਟਸ ਦਫ਼ਤਰੋਂ ਨਾ ਕਾਗਜ਼ ਲੈ ਆਉਂਦੇ ਆ, ਪੈਨ ਪੈਨਸਲਾਂ ਲੈ ਆਉਂਦੇ ਆ। ਤੇ ਮੈਂ ਘਰ ਆ ਕੇ ਆਪਣੇ ਪਾਪਾ ਜੀ ਨੂੰ ਕਿਹਾ ਕਿ ਤੁਸੀਂ ਵੀ ਨਾ ਲੈ ਆਇਆ ਕਰੋ। ਕਹਿੰਦੇ ਵੀ ਤੈਨੂੰ ਕਿਹਨੇ ਦੱਸਿਆ? ਕਿ ਮੈਂ ਕਿਹਾ ਮੇਰੇ ਦੋਸਤਾਂ ਦੇ ਪੇਰੈਂਟਸ ਲੈ ਕੇ ਆਉਂਦੇ ਆ। ਕਹਿੰਦੇ ਮੈਂ ਨਹੀਂ ਲੈ ਕੇ ਆਉਣਾ। मैं कहा तुझे लैके भी नहीं दे सकते तो तुम ऑफिस में नहीं लिया सकते तो मैं की करा? कहते तू पढ़ जाएगा, कोई ऐसी गल नहीं, बिल्कुल बेफिक्र है, पर मैं ऑफिस में लैके नहीं आऊंगा, ना पेन ना पेंसिल ना कागज।
ਤਾਂ ਮੈਂ ਨਾ ਉਹਨਾਂ ਨੂੰ 3-4 ਵਾਰੀ ਇਹ ਰਿਮਾਈਂਡ ਕਰਾਇਆ। ਤਾਂ ਮੈਨੂੰ ਇੱਕ ਦਿਨ ਕਹਿੰਦੇ ਤੂੰ ਮੈਨੂੰ ਗਿਲਟੀ ਕਿਉਂ ਕਰਾਉਂਦਾ? ਮੈਂ ਤੂੰ ਕਹਿ ਜਾਂ ਨਾ ਕਹਿ, ਮੈਂ ਲੈ ਕੇ ਨਹੀਂ ਆਵਾਂਗਾ। ਹੋ ਸਕਦਾ ਇੱਕ ਦਿਨ ਮੈਂ ਤੈਨੂੰ ਖਰੀਦ ਕੇ ਦੇ ਦਾਂਗਾ, ਪਰ ਮੈਂ ਆਫਿਸ ਤੋਂ ਲੈ ਕੇ ਨਹੀਂ ਆਵਾਂਗਾ। ਉਹ ਮੈਨੂੰ ਗੱਲ ਹੁਣ ਤੱਕ ਭੁੱਲੀ ਨਹੀਂ ਕਿ ਹੱਕ ਹਲਾਲ ਦੀ ਕਮਾਈ ਦੀਆਂ ਗੱਲਾਂ ਕਰਨੀਆਂ ਆਸਾਨ ਹੈ, ਪਰ ਅਗਰ ਅਸੀਂ ਪ੍ਰੈਕਟਿਸ ਨਾ ਕਰ ਸਕੀਏ, ਜਦੋਂ ਟਾਈਮ ਆਇਆ ਅਗਰ ਇਮਤਿਹਾਨ 'ਚ ਫੇਲ ਹੋ ਜਾਂਦੇ ਆ ਤਾਂ ਸਾਨੂੰ ਲੋਕਾਂ ਨੇ ਫੇਲ ਹੋ ਗਿਆ। ਭਾਵੇਂ ਜਿੰਨਾ ਮਰਜ਼ੀ ਪੜ੍ਹਦਾ ਰਵੇ, ਜਿਹੜੇ ਮਰਜ਼ੀ ਨੋਟਸ ਤਿਆਰ ਕਰਦਾ ਰਵੇ, ਜਿਹੜੇ ਮਰਜ਼ੀ ਟੀਚਰ ਕੋ ਪੜ੍ਹਦਾ ਰਵੇ, ਟਿਊਸ਼ਨ ਪੜ੍ਹੇ ਨਾ ਪੜ੍ਹੇ, ਅਗਰ ਉਹ ਇਮਤਿਹਾਨ 'ਚ ਫੇਲ ਹੈ ਤਾਂ ਲੋਕਾਂ ਤੂੰ ਫੇਲ ਹੈ, ਗੱਲ ਖਤਮ ਹੋਈ। ਸੋ ਇਮਤਿਹਾਨ 'ਚ ਪਾਸ ਹੋਣਾ ਬੜਾ ਜ਼ਰੂਰੀ ਹੈ। ਇਟਸ ਨਾਟ ਈਜ਼ੀ, ਪਰ ਜੇ ਅਸੀਂ ਪ੍ਰੈਕਟਿਸ ਕਰਦੇ ਰਹੀਏ ਨਿੱਕੀਆਂ ਨਿੱਕੀਆਂ ਗੱਲਾਂ 'ਚ ਤਾਂ ਵੱਡੇ ਵੱਡੇ ਚੈਲੰਜਿਸ ਵਿੱਚ ਵੀ ਅਸੀਂ ਫੇਲ ਨਹੀਂ ਹੋਵਾਂਗੇ। ਤਾਂ ਸਾਨੂੰ ਨਾ ਅੰਦਰੋਂ ਜਿਹੜੀ ਸਾਡੀ ਅੰਦਰੂਨੀ ਜਿਹੜੀ ਤਾਕਤ ਹੈਗੀ ਉਹ ਸਾਨੂੰ ਹੈਲਪ ਕਰੇਗੀ, ਫਿਰ ਕੁਦਰਤ ਵੀ ਹੈਲਪ ਕਰੇਗੀ ਕਿ ਤੁਸੀਂ ਉਸ ਚੈਲੰਜ ਨੂੰ ਪ੍ਰੋਪਰਲੀ ਫੇਸ ਕਰ ਸਕਾਂਗੇ ਔਰ ਅਸੀਂ ਉਸ ਚੈਲੰਜ ਫੇਲ ਨਹੀਂ ਹੋਵਾਂਗੇ। ਮੈਂ ਇੰਨਾ ਹੀ ਸ਼ੇਅਰ ਕਰਨਾ ਚਾਹੁੰਦਾ ਸਾਂ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਅਗਰ ਮਾਲਾ ਜੀ ਵੀ ਕੁਝ ਸਾਡੇ ਨਾਲ ਸ਼ੇਅਰ ਕਰਨਾ ਚਾਹਣ ਤੇ ਪਲੀਜ਼। ਮੈਂ ਸਾਰੇ ਇੰਨਾ ਅੱਛਾ ਬੋਲ ਰਹੇ ਆ, ਮੈਂ ਕੀ ਬੋਲ ਸਕਦੀ ਹਾਂ। ਬਸ ਮੈਂ ਹੀ ਰਿਅਲਾਈਜ਼ ਕਰਦੀ ਹਾਂ ਕਿ ਸਾਨੂੰ ਰੋਜ਼ਾਨਾ ਜ਼ਿੰਦਗੀ ਵਿੱਚ ਆਪਣੇ ਆਪ ਨੂੰ ਕਿਸ ਤਰ੍ਹਾਂ ਸੋਧਣਾ ਹੈ, ਹਰ ਪਲ ਜਿਸ ਤਰ੍ਹਾਂ ਭੁਪਿੰਦਰ ਜੀ ਕਹਿੰਦੇ ਨੇ, ਉਹਦੇ ਉੱਤੇ ਵਰਕ ਕਰਨਾ ਹੈ। ਤੇ ਜਿਸ ਤਰ੍ਹਾਂ ਇੱਕ ਮਿਆਨ ਮੇ ਦੋ ਤਲਵਾਰੇ ਨਹੀਂ ਰਹਿ ਸਕਦੀ। ਅਸੀਂ ਕੀ ਹੁੰਦੇ ਆ ਕਿ ਦੋਨੋਂ ਪਾਸੇ ਹੋ ਜਾਂਦੇ ਆ, ਥੋੜਾ ਉਹਨੂੰ ਵੀ ਖੁਸ਼ ਕਰ ਲਈਏ, ਥੋੜਾ ਉਹਨੂੰ ਵੀ ਖੁਸ਼ ਕਰ ਲਈਏ, ਪਰ ਉਹ ਸਾਡਾ ਕੋਈ ਗੋਲ ਨਹੀਂ ਠੀਕ ਬਣ ਪਾਉਂਦਾ। ਜੇ ਅਸੀਂ ਗੋਲ ਠੀਕ ਰੱਖਾਂਗੇ ਤੇ ਮੇਬੀ ਗੋਡ ਵਿਲ ਆਲਸੋ ਹੈਲਪ ਅਸ, ਗੋਡ ਹੈਲਪਸ ਦੋਜ਼ ਹੂ ਹੈਲਪ ਥੈਮਸੈਲਵਸ। ਤੇ ਸਾਡਾ ਵਿਜ਼ਨ ਕਲੀਅਰ ਹੋਏਗਾ ਤੇ ਵੀ ਈਚ ਡੇ, ਹਰ ਪਲ ਜਦੋਂ ਵੀ ਉਹ ਗਲਤ ਕੰਮ ਦੀ ਕਰਦੇ ਆ ਤੇ ਸਾਨੂੰ ਜੇ ਅੰਦਰੋਂ ਆਵਾਜ਼ ਨੂੰ ਸੁਣ ਲਈਏ ਕਿ ਨਹੀਂ ਤੂੰ ਖੜੇ ਰਹਿਣਾ ਇਸ ਜਗ੍ਹਾ ਤੇ। ਜਿਸ ਤਰ੍ਹਾਂ ਅਸੀਂ ਵਾਕ ਵੀ ਲੈਂਦੇ ਆ ਤੇ ਕਹਿੰਦੇ ਡੋਲਨ ਤੇ ਰੱਖੋ ਪ੍ਰਭੂ, ਅਸੀਂ ਡੋਲ ਜਾਂਦੇ ਆ, ਫਿਰ ਤੋਂ ਅਸੀਂ ਉਹ ਗਲਤ ਕੰਮ ਕਰ ਲੈਂਦੇ ਆ। ਚਲ ਕੋਈ ਗੱਲ ਨਹੀਂ ਨਾ, ਤੇ ਹੁਣ ਕੱਲ ਤੋਂ ਮੈਂ ਫਿਰ ਤੋਂ ਪ੍ਰੈਕਟਿਸ ਕਰਾਂਗਾ। ਜਾਂ ਅੱਜ ਮੈਨੂੰ ਸੌਣ ਦੇ ਸਵੇਰੇ, ਜਿਸ ਤਰ੍ਹਾਂ ਨੀਂਦ ਨਹੀਂ ਖੁੱਲੀ, ਕੋਈ ਗੱਲ ਨਹੀਂ, ਠੰਡ ਹੈ, ਲੇਟ ਉੱਠਾਂਗੇ। ਇਸ ਤਰ੍ਹਾਂ ਛੋਟੀਆਂ ਛੋਟੀਆਂ ਕਮਜ਼ੋਰੀਆਂ ਸਾਡੀਆਂ ਅਨੇਕਾਂ ਹੀ ਹਨ। ਮੈਂ ਤੇ ਇਸੇ ਕਰਕੇ ਮੈਂ ਰਿਅਲਾਈਜ਼ ਕਰਕੇ ਕਿ ਮੇਰੇ ਵਿੱਚ ਇੰਨੇ ਫਲॉज ਹੈ, ਮੇਰੀ ਸਵੇਰੇ ਨੀਂਦਰ ਖੁੱਲ ਜਾਂਦੀ ਹੈ। ਨਹੀਂ ਤਾਂ ਮੈਨੂੰ ਕੋਈ ਪਹਿਲੇ ਸੁੱਤੀ ਰਹਿੰਦੀ ਹੁੰਦੀ ਸੀ, ਹੁਣ ਮੇਰੀ ਨੀਂਦਰ ਟਾਈਮ ਸਿਰ ਖੁੱਲ ਜਾਂਦੀ ਕਿ ਮੈਂ ਆਪਣੇ ਫਲॉज ਨੂੰ ਦੇਖਾਂ, ਉਹਨੂੰ ਚੈੱਕ ਕਰਾਂ, ਠੀਕ ਆਪਣਾ ਟਾਈਮ ਨਾ ਵੇਸਟ ਕਰਾਂ ਤੇ ਕਿਸੇ ਹੋਰ ਵਾਸਤੇ ਟਾਈਮ ਸਪੇਅਰ ਕਰ ਸਕਾਂ। ਸੋ ਇਸ ਤਰ੍ਹਾਂ ਆਈ ਐਮ ਟ੍ਰਾਈਂਗ ਟੂ ਬ੍ਰਿੰਗ ਚੇਂਜਸ ਇਨ ਮਾਈਸੈਲਫ। ਕਿਸੇ ਹੋਰ ਤੇ ਮੈਂ I'm trying to improve myself. Thanks. ਸਤਿ ਸ਼੍ਰੀ ਅਕਾਲ। Thank you. ਵਾਹਿਗੁਰੂ ਖਾਲਸਾ, ਫਤਿਹ ਜੀ। ਅਸੀਂ ਜੋਗੀ ਵੀਰ ਜੀ ਦੇ ਔਰ ਮਾਲਾ ਜੀ ਦੇ ਬਹੁਤ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਡੇ ਨਾਲ ਇਹ ਬੜੇ ਹੀ ਕੀਮਤੀ ਔਰ ਵਡਮੁੱਲੇ ਥਾਟਸ ਸ਼ੇਅਰ ਕੀਤੇ। ਔਰ ਇਟ ਰੀਅਲੀ ਸਾਰਿਆਂ ਨੂੰ ਇਸ ਚੀਜ਼ ਦਾ ਬਹੁਤ ਫਾਇਦਾ ਵੀ ਹੁੰਦਾ ਹੈ, ਕਿਉਂਕਿ ਜਿਹੜੀ ਗੱਲ ਸਾਡੇ ਦਿਲ ਤੋਂ ਨਿਕਲਦੀ ਹੈ ਉਹ ਬੜੀ ਓਰੀਜਨਲ ਔਰ ਸਾਡੀ ਆਪਣੀ ਹੁੰਦੀ ਹੈ। ਤੇ ਇਹ ਉਹਨਾਂ ਦੀ ਗੱਲਬਾਤ ਤੋਂ ਝਲਕਦਾ ਵੀ ਹੈ ਕਿ ਉਹ ਬੜੇ ਸਾਦਾ ਔਰ ਸਿੰਪਲ ਤਰੀਕੇ ਨਾਲ, ਜੋ ਗੁਰੂ ਨਾਨਕ ਪਾਤਸ਼ਾਹ ਦਾ ਆਸਾ ਵੀ ਹੈ ਕਿ ਵੀ ਆਪ ਸਵਾਰੇ ਮੈਂ ਮਿਲਿਆ ਸੁਖ ਹੋਏ। ਸੋ ਅਸੀਂ ਸਾਰੀ ਉਮਰ ਲੋਕਾਂ ਦੀਆਂ ਕਮੀਆਂ ਕੱਢਣ ਔਰ ਲੋਕਾਂ ਨੂੰ ਸਵਾਰਨ ਵਿੱਚ ਹੀ ਆਪਣੇ ਮਾਈਂਡ ਨੂੰ ਟ੍ਰੇਨ ਕਰਦੇ ਰਹਿੰਦੇ ਹਾਂ। ਪਰ ਵੀ ਆਰ ਰੀਅਲੀ ਗ੍ਰੇਟਫੁਲ ਕਿ ਸਾਡੇ ਕੋਲ ਤੁਹਾਡੇ ਵਰਗੇ ਆਡੀਅנס ਹੈਗੀ ਹੈ ਜਿਹੜੀ ਇਸ ਗੱਲ ਨੂੰ ਸੁਣਦੀ ਵੀ ਹੈ ਔਰ ਉਸ ਉੱਤੇ ਕੰਮ ਕਰਨ ਵਾਸਤੇ ਵੀ ਬਿਲਕੁਲ ਤੀਬਰ ਤਾਂਗ ਨਾਲ ਜੁੜੀ ਹੋਈ ਹੈ। ਔਰ ਮੈਨੂੰ ਵੀ ਪਰਸਨਲੀ ਇਹ ਸੁਣ ਕੇ ਬੜੀ ਖੁਸ਼ੀ ਹੋਈ ਹੈ ਕਿ ਵਾਕਈ ਹੁਣੇ ਮੈਨੂੰ ਇਹ ਰਿਅਲਾਈਜ਼ ਹੋ ਰਿਹਾ ਕਿ ਵਾਕਈ ਸਾਨੂੰ ਸਾਡੇ ਕਮੀਆਂ ਉੱਤੇ ਕੰਮ ਕਰਕੇ ਆਪਣੇ ਆਪ ਨੂੰ ਚੀਜ਼ਲ ਕਰਨਾ ਹੀ ਰੀਅਲ ਅਰਨਿੰਗ ਹੈ, ਰਾਦਰ ਦੈਨ accumulating worldly attachments and worldly things with us. ਜੀ ਵੀਰ ਜੀ। One second, please. हाँ जी, बहुत अच्छी शेयरिंग की है जोगी माला ने और हरप्रीत जी ने। थैंक्स अ लॉट अमन जी, तुसी नाल सब नूं लैके चल रहे हो। तुहाडे कोल YouTube ते या Facebook ते कोई क्वेश्चंस आए ने तां ओह भी लै सकदे हो। ਸਾਡਾ ਫੇਸਬੁੱਕ ਨਹੀਂ ਚੱਲ ਸਕਿਆ, ਬਟ
I think including ਇਹਦੇ ਵਿੱਚ ਮੇਰੀ ਸੈਲਫ ਪ੍ਰੇਜ਼ ਨਹੀਂ ਹੈ, ਬਟ ਹੁਣੇ 2-3 ਦਿਨ ਪਹਿਲੇ ਸਾਡੇ ਨਾਲ ਇਹ ਇਨਸੀਡੈਂਟ ਹੋਇਆ ਸੀ ਤੇ ਮੈਂ ਉਹ ਵੀ ਸੰਗਤ ਨਾਲ ਸਾਂਝ ਕਰਨਾ ਚਾਹੁੰਦਾ ਕਿ ਜਿੱਥੇ ਸਾਡਾ ਸਟਾਲ ਹੈ ਉਹਦੇ ਲਗਵਾਂ ਸਟਾਲ ਜਿਹੜਾ ਹੈ ਉੱਥੇ ਕੋਈ ਬੁੱਕਸ ਔਰ ਪੇਂਟਿੰਗ ਸੈਲ ਕਰਦੇ ਨੇ, ਤਾਂ ਅਸੀਂ ਸੰਗਤ ਨੂੰ ਬੁਲਾਉਂਦੇ ਹਾਂ ਆਪਣੇ ਸਟਾਲ ਤੇ ਔਰ ਉਹਨਾਂ ਨੂੰ ਦੱਸਦੇ ਹਾਂ ਕਿ ਅਸੀਂ ਕੀ ਕਰ ਰਹੇ ਹਾਂ। ਤਾਂ ਉੱਥੋਂ ਦੀ ਇੱਕ ਆਂਟੀ ਆਏ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਸਾਰਾ ਰਸਤਾ ਘੇਰ ਰਹੇ ਹੋ, ਇਸ ਤਰੀਕੇ ਨਾਲ ਸਾਡਾ ਸਟਾਲ ਪਹਿਲੇ ਹੀ ਬਿਲਕੁਲ ਸਾਈਡ ਤੇ ਹੈ ਤੇ ਬੜੀ ਦਿੱਕਤ ਹੋਏਗੀ, ਤੁਸੀਂ ਪਲੀਜ਼ ਅੰਦਰ ਹੋ ਜਾਓ। ਸੋ I respectfully answered, I said, ਆਂਟੀ ਡੋਂਟ ਵਰੀ, ਅਸੀਂ ਅੰਦਰ ਵੀ ਹੋ ਜਾਵਾਂਗੇ ਥੋੜਾ ਜਿਹਾ, ਪਲੱਸ ਜਿਹੜਾ ਕੋਈ ਸਾਡੇ ਕੋਲ ਸੰਗਤ ਆਏਗੀ ਅਸੀਂ ਉਹਨਾਂ ਨੂੰ ਰਿਕੁਐਸਟ ਵੀ ਕਰਾਂਗੇ ਕਿ ਇਹ ਨਾਲ ਵਾਲਾ ਸਟਾਲ ਵੀ ਸਾਡਾ ਹੈ, ਪਲੀਜ਼ ਤੁਸੀਂ ਥੋੜਾ ਟਾਈਮ ਇੱਥੇ ਲਗਾ ਰਹੇ ਹੋ, ਨਾਲ ਵਾਲੇ ਸਟਾਲ ਤੇ ਵੀ ਲਗਾਓ। ਤਾਂ ਉਹਨਾਂ ਨੇ ਮੈਨੂੰ ਛੁੱਟਦੇ ਹੀ ਕਿਹਾ ਵਾਕਈ ਹੁਣ ਪਤਾ ਚੱਲਦਾ ਹੈ ਕਿ ਵੀ ਤੁਸੀਂ ਲਿਵਿੰਗ ਚੇਅਰ ਰੈਗੂਲਰਲੀ ਸੁਣਦੇ ਹੋ। ਸੋ I really feel good about it ਕਿ ਸਾਡੀ ਜਿਹੜੀ ਨਿੱਕੀ ਨਿੱਕੀ ਥਾਟ ਪ੍ਰੋਸੈਸ ਹੈ ਉਹ ਵਾਕਈ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਚੇਂਜ ਲਿਆਉਂਦੀ ਹੈ ਔਰ ਉਹਨਾਂ ਨੂੰ ਮੋਟੀਵੇਟ ਕਰਦੀ ਹੈ। ਔਰ ਅਸੀਂ ਇਹ ਨਾ ਸੋਚੀਏ ਕਿ ਵੀ ਅਸੀਂ ਕਿਸ ਪੋਜੀਸ਼ਨ ਤੇ ਆ, ਸਾਡੇ ਕੋਲ ਕੀ ਰਿਸੋਰਸਿਸ ਅਵੇਲੇਬਲ ਹੈਗੇ ਨੇ। ਜੇ ਸਾਡਾ ਦਿਲ ਦਰਿਆ ਹੈ ਤਾਂ irrespective of all the challenges we can create difference in the world, which VG has done in last 25-27 years। ਤੇ ਅਸੀਂ ਜਿੰਨਾ ਆਪਣੀ ਇਸ ਥਾਟ ਪ੍ਰੋਸੈਸ ਨੂੰ ਹੋਰ ਉਜਾਗਰ ਕਰਾਂਗੇ ਔਰ ਉਹਨੂੰ ਹੋਰ ਫੀਡ ਕਰਾਂਗੇ, ਆਪਣਾ ਵੀ ਫਾਇਦਾ ਹੋਏਗਾ, ਆਪਣਾ ਵੀ ਐਂਬੀਐਂਟ ਟੈਂਪਰੇਚਰ ਅੰਦਰ ਦਾ ਬਿਲਕੁਲ ਠੀਕ ਰਹੇਗਾ ਔਰ we will really enjoy peace with ourselves। ਜਿਵੇਂ ਜੋਗੀ ਵੀਰ ਜੀ ਨੇ ਕਿਹਾ, I agree with him ਕਿ ਜਦੋਂ ਅਸੀਂ ਇੱਕ ਟਰੈਕ ਤੇ ਚੱਲ ਰਹੇ ਹੁੰਦੇ ਹਾਂ ਤਾਂ ਕੁਝ ਵੀ ਸੌਖਾ ਨਹੀਂ ਹੁੰਦਾ, but the point is ਮੈਂ ਕਿਸ ਤਰਫ ਚੱਲਣਾ ਚਾਹੁੰਦਾ irrespective of my caste, creed, age। ਅਸੀਂ ਆਪਣੀਆਂ ਚੋਇਸਿਸ ਸੁਚੱਜੇ ਢੰਗ ਨਾਲ ਬਣਾਉਂਦੇ ਹਾਂ ਤਾਂ ਹੱਕ ਲਾਲ ਦੀ ਕਮਾਈ ਸਾਨੂੰ ਬੈਨੀਫਿਟ ਕਰਦੀ ਹੈ ਔਰ ਅੰਦਰ ਦੇ ਸਕੂਨ ਨੂੰ ਪਾਉਣ ਵਾਸਤੇ ਉਹੀ ਤਰੀਕਾ ਹੈਗਾ, ਹੋਰ ਕੋਈ ਸਾਡੇ ਕੋਲ ਜ਼ਰੀਆ ਨਹੀਂ ਹੈ। ਸੋ ਵੀਰ ਜੀ ਸਾਡੇ ਕੋਲ ਅੱਜ ਕੋਈ ਸਵਾਲ ਨਹੀਂ ਨੇ, ਇਜ਼ ਵੈਰੀ ਗੁੱਡ, which means you really explained it to the core and I am also in full awe of it ਕਿ ਤੁਸੀਂ ਬੜੇ ਨਵੇਂ ਔਰ ਬੜੇ ਪ੍ਰੈਕਟੀਕਲਸ ਮੀਨਿੰਗ ਜਿਹੜੇ ਨੇ ਸਾਨੂੰ ਸਾਰਿਆਂ ਨੂੰ ਦੱਸੇ। ਇਹਦੇ ਨਾਲ ਹੀ ਮੈਂ ਇਹ ਜ਼ਰੂਰ ਰਿਕੁਐਸਟ ਕਰਨਾ ਚਾਹੁੰਦਾ ਕਿ ਸਾਡੀ ਜਿਹੜੀ ਫਿਜ਼ੀਕਲ ਕਲਾਸ ਹੁੰਦੀ ਸੀ ਉਹਦੇ ਵਿੱਚ ਜੋ ਵੀ ਲੋਕ ਨਵੇਂ ਜੁਆਇਨ ਕਰਦੇ ਸੀ ਉਹ ਸਾਨੂੰ ਇੰਟਰੋਡਿਊਸ ਕਰਦੇ ਸੀ, ਤਾਂ ਆਈ ਵੁੱਡ ਰਿਕੁਐਸਟ ਕਿ ਜੇ ਸਾਡੇ ਨਾਲ ਕੋਈ ਨਵਾਂ ਜੁੜਿਆ ਹੈ, ਅੱਜ ਉਹਨੇ ਪਹਿਲੀ ਵਾਰੀ ਕਲਾਸ ਅਟੈਂਡ ਕੀਤੀ ਹੈ, ਤਾਂ ਉਹ ਸਾਨੂੰ ਮੈਸੇਜ ਵਿੱਚ ਆਪਣਾ ਨਾਮ ਭੇਜ ਸਕਦਾ ਹੈ ਜਾਂ ਫਿਰ ਹੈਂਡ ਰੇਜ਼ ਕਰ ਸਕਦਾ ਹੈ, ਅਸੀਂ ਉਹਨਾਂ ਨੂੰ ਅਨਮਿਊਟ ਕਰਾਂਗੇ ਤਾਂ ਉਹ ਆਪਣੇ ਆਪ ਨੂੰ ਇੰਟਰੋਡਿਊਸ ਕਰ ਸਕਦਾ ਹੈ ਤੇ ਦੱਸ ਸਕਦਾ ਹੈ ਉਹਨੂੰ ਸਾਡਾ ਅੱਜ ਦਾ ਸੈਸ਼ਨ ਕਿਸ ਤਰ੍ਹਾਂ ਲੱਗਿਆ। ਬੈਕ ਟੂ ਵੀਰ ਜੀ। ਹਾਂਜੀ ਅਮਨ ਜੀ, ਥੈਂਕਸ ਫॉर ਸ਼ੇਅਰਿੰਗ। ਸਾਡੇ ਨਾਲ ਇੰਦਰਪਾਲ ਜੀ ਨੇ ਵੀ ਬੜੀ ਸੋਹਣੀ ਸ਼ੇਅਰਿੰਗ ਕੀਤੀ ਤੇ ਉਹ ਸਾਰਿਆਂ ਦੇ ਸ਼ੇਅਰਿੰਗ ਤੋਂ ਬਾਅਦ ਮੈਨੂੰ ਇੱਕ ਹੋਰ ਪੁਆਇੰਟ ਯਾਦ ਆਇਆ। ਅੱਜ ਮੈਂ ਆਪਣੇ ਡੈਂਟਿਸਟ ਡਾਕਟਰ ਗਿਆਨ ਸਿੰਘ ਕੋਲ ਗਿਆ ਸੀ ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਡਿਊਰਿੰਗ ਕਰੋਨਾ ਬੁੱਧਾ ਜਯੰਤੀ ਪਾਰਕ ਦੇ ਅੰਦਰ ਜਿਹੜੇ ਉਹਨਾਂ ਦੇ ਟਰੀਜ਼ ਔਰ ਗ੍ਰਾਸ ਔਰ ਜੋ ਵੀ ਗ੍ਰੀਨਰੀ ਨੂੰ ਮੇਨਟੇਨ ਕਰਦੇ ਸੀ ਨਾ, ਉਹ ਜਿਤਨੇ ਵਰਕਰ ਸੀ ਉਹ ਅੰਦਰ ਹੀ ਰਹਿੰਦੇ ਸੀ। ਉਹਨਾਂ ਨੂੰ ਕਿਸੇ ਨੇ ਵੀ ਕੋਈ ਏਡ ਨਹੀਂ ਪਹੁੰਚਾਈ, ਹੈਲਪ ਨਹੀਂ ਕੀਤੀ, ਉੱਥੇ ਸਟਕ ਹੋ ਗਏ। ਤੇ ਡਾਕਟਰ ਗਿਆਨ ਸਿੰਘ ਜੀ ਕਹਿੰਦੇ ਨੇ ਅਸੀਂ ਆਪਣੇ ਗਰੁੱਪ ਦੇ ਨਾਲ ਅਸੀਂ ਉੱਥੇ ਗਏ ਤੇ ਅਸੀਂ ਉਹਨਾਂ ਨੂੰ ਪੁੱਛਿਆ ਕਿ ਵੀ ਤੁਹਾਨੂੰ ਇੱਥੇ ਕੋਈ ਦਵਾਈਆਂ ਕੋਈ ਰਾਸ਼ਨ ਕੁਝ ਮਿਲਿਆ? ਉਹ ਕਹਿੰਦੇ ਨਹੀਂ ਮਿਲਿਆ। ਬਾਹਰੋਂ ਜਾ ਨਹੀਂ ਸੀ ਸਕਦੇ ਔਰ ਬਾਹਰ ਵਾਲੇ ਪਾਰਕ ਦੇ ਬਾਹਰੋਂ ਕਾਰਾਂ ਚਲਾ ਕੇ ਚਲੇ ਜਾਂਦੇ ਸੀ, ਕੋਈ ਵੀ ਬੁੱਧਾ ਜਯੰਤੀ ਪਾਰਕ ਦੇ ਅੰਦਰ ਜਾਂਦਾ ਨਹੀਂ ਸੀ। ਤਾਂ ਇਹਨਾਂ ਨੇ ਕੀ ਕੀਤਾ ਕਿ ਉਹਨਾਂ ਨੂੰ ਰਾਸ਼ਨ ਲੈ ਕੇ ਦਿੱਤਾ, ਉਹਨਾਂ ਨੂੰ ਦਵਾਈਆਂ ਲੈ ਕੇ ਦਿੱਤੀਆਂ और फिर उन्होंने कहा कि ये एक ही बार हम देंगे। सारा राशन पा दिता, दवाइयां दी, फिर दोबारा तो उन्होंने कहा कि अब अगली बार से हम क्या करेंगे कि हम आपको प्लास्टिक की बॉटल्स देंगे, जैसा लंबी कोक दी या पेप्सी की बॉटल दी,
ऐसे ना तुमने सारे बुद्धा जयंती पार्क में जहां जहां प्लास्टिक के लिफाफे हैं वो इसमें भरने हैं। भर भर के जब एक बॉटल भर जाएगी ना तो हम तुमसे 20-25 रुपए की खरीदेंगे। हम तुमको 25 रुपए देंगे या 20 रुपए या 30 रुपए देंगे, तुम हमको बॉटल देना। ਇਹਦੇ ਵਿੱਚ ਹੁਣ ਮਿਊਚੁਅਲ ਬੈਨੀਫਿਟ ਹੋ ਗਿਆ। ਉਹ ਇਹ ਕੰਮ ਕਰਨ ਲੱਗ ਪਏ, ਉਹਨਾਂ ਨੂੰ ਆਪਣੇ ਅਗਲੇ ਵਾਰੀ ਦੇ ਬ੍ਰੈਡ ਬਟਰ ਔਰ ਦਵਾਈ ਦੇ ਪੈਸੇ ਆਣੇ ਸ਼ੁਰੂ ਹੋ ਗਏ। ਇੰਜ ਉਹ ਇਹਨਾਂ ਨੇ ਕੁਝ ਉਹਨਾਂ ਵਾਸਤੇ ਹੋਰ ਵੀ ਕ੍ਰੀਏਟ ਕੀਤਾ। ਇਹ ਜਦੋਂ ਇੰਜ ਕਰਨ ਜਾਂਦੇ ਸੀ ਤਾਂ ਉੱਥੇ ਨਾ ਕੁਝ ਲੋਕ ਆਏ और हम पूछते हैं तुम ये काम क्यों कर रहे हो, तुम किसी पॉलिटिकल पार्टी के हो, तुम्हारा जरूर कोई वेस्टेड इंटरेस्ट है, तुम्हारा जरूर पीछे कोई हिडन एजेंडा है। डॉक्टर ज्ञान सिंह ने क्या, नहीं हमारा कोई एजेंडा नहीं है, हमने इनसे पूछ लो, हमने इनसे कोई वोट लेने की बात नहीं की, कोई हमने बिल्ला नहीं लगाया, कोई झंडा नहीं उठाया, हम किसी संस्था के हैं या किसी हम फलानी पॉलिटिकल पार्टी के हैं। तो कहता तुम काम क्या करते हो, इन्हें क्या मैं डॉक्टर हूँ, डेंटिस्ट हूँ। तो उन्होंने टोन बदल गई, ओ अच्छा आप डॉक्टर हैं, अच्छा आप डेंटिस्ट हैं। तो जितनी सारी गल डॉक्टर साहब ने मैनू दसी, वो तो चलो डॉक्टर सी, एक स्टेटस है, उस स्टेटस के कारण उन्हों दा शक्की सुभाव वाली सूई माइनस हो गई ते उन्होंने इन्हां दे नाल रिस्पेक्टफुली गल करनी शुरू कर दी। And they understood the cause of humanity भैया किस तरह कर रहे हैं। तो मैं सोच रहा सी कि जेड़े लोग डॉक्टर नहीं ने, डॉक्टर इंजीनियर या चंगे स्टेटस दे नहीं ने, उन्हां तो इलावा जो कोई ये काम करेगा तो असीं सारे एक दूसरे ते शक ही करते रहते हैं। वो जरूर है कोई होएगा, वो जरूर अपना कोई वैसे एवं ही थोड़ा ना कोई कुछ करता है, वो जरूर अपना इस तरीके असीं करके ना असीं सारियां ने वो ईमानदारी और वो हक लाल दी कमाई, म्यूचुअल बेनिफिट, समाज दा भला वाले गुण सीखे ही नहीं, कंटेंटमेंट सीखी ही नहीं। ते जेड़े करदे सी उन्हां वास्ते सोकत जाने पीर पुराई जाके अंतर दर्द ना पाई। जिन्हां दे अंदर ये दर्द नहीं है ना, वो दूजे दे मन दी पीड़ा नहीं समझ सकदे कि यह इंसानियत तौर ते इंसानियत दा काम करन वास्ते सैक्रीफाइस क्यों कर रहे हैं। उन्होंने ये गल समझ नहीं आती। ਇਹਦਾ मतलब हक लाल दी कमाई। एक ਮੈਨੂੰ कंपनी का नाम नहीं याद आ रहा, मैं अमेरिका सुनिया सी कि इंडिया के अंदर कुछ लोग की करते हैं, उन्हें टाउन टू टाउन विडोज का एड्रैस लेंदे ने, जिन्हां दे बच्चे भी ने। उन्हां दे घर मोटरसाइकिल ते एक बंदा सवेरे सवेरे पापड़ बनाने का आटा मिक्स दे के आंदा है और उन्होंने कहता है आप अपने घर के बाहर खाट बिछा के उसके ऊपर ये चादर बिछाना और उसके ऊपर ये पापड़ ऐसे बनाना, शाम को आपसे हम पापड़ ले जाएंगे, धूप में सुखा देना। और वो पापड़ एक्सपोर्ट होता है और उहदे नाल कितने लखा लोग पलदे ने। है भी तो एक बिजनेस है, म्यूचुअल बेनिफिट है। पर इहदे विच मैक्सिमम ध्यान रखा जा रहा है कि वो विडो नूं किथे कोई माड़ा काम ना करना पे, ਉਹਦੇ ਬੱਚੇ ਵੀ ਪਲ ਜਾਣ, ਉਹ ਸਮਾਜ ਦੀ ਮੁਤਾਜ ਵੀ ਨਾ ਰਵੇ ਔਰ ਉਹ ਕਮਾ ਸਕੇ। ਇਹਦਾ ਮਤਲਬ ਹੱਕ ਲਾਲ ਦੀ ਕਮਾਈ ਦਾ ਨਾ ਟੌਪਿਕ ਬਹੁਤ ਵੱਡਾ ਹੈ, ਪਰ ਅਸੀਂ ਇਹ ਸਿੱਖ ਰਹੇ ਹਾਂ ਮੈਂ ਚੰਗੇ ਗੁਣ ਕਮਾਵਾਂ, ਇਹ ਮੇਰਾ ਹੱਕ ਹੈ। ਚੰਗੇ ਗੁਣ ਕਮਾਉਣ ਦੀ ਮੈਂ ਕਮਾਈ ਕਰਾਂ ਤਾਂ ਮੈਂ ਸਿਮਰਨ ਦੀਆਂ ਬਰਕਤਾਂ ਪ੍ਰਾਪਤ ਕਰ ਰਿਹਾ। ਅਸੀਂ ਅੱਜ ਇੱਥੇ ਇਹਨੂੰ ਕੰਕਲੂਡ ਕਰਦੇ ਹਾਂ। ਜਿਹੜੇ ਕੁਐਸਚਨਸ ਆਣਗੇ ਜਾਂ ਇਸ ਨੂੰ ਅਸੀਂ ਰੀਕੈਪ ਕਰਕੇ ਅਗਲੀ ਵਾਰੀ ਸਾਂਝ ਕਰਾਂਗੇ। थैंक यू। ਠੀਕ ਹੈ ਜੀ। हाँ, ਅਸੀਂ ਰਿਕੁਐਸਟ ਕਰਾਂਗੇ ਕਿ ਵੀ ਜੇ ਕਿਸੇ ਦੇ ਕੋਈ ਪੁਆਇੰਟਸ ਔਰ ਕੋਈ ਸੁਜੈਸ਼ਨਸ ਹੋਣ ਤਾਂ ਉਹ ਪਲੀਜ਼ ਸਾਡੇ ਨਾਲ ਸ਼ੇਅਰ ਕਰ ਸਕਦੇ ਨੇ। ਪਲੱਸ ਮੈਂ ਸਾਰੇ ਸੰਗਤ ਨਾਲ ਵੀ ਇਹ ਸਾਂਝ ਕਰਨਾ ਚਾਹੁੰਦਾ, ਵੀਰ ਜੀ ਨਾਲ ਵੀ ਆਈ ਥਿੰਕ ਸੰਗਤੀ ਰੂਪ ਵਿੱਚ ਸਾਂਝ ਹੋ ਜਾਏਗੀ ਤੇ ਇਟ ਇਜ਼ ਅ ਗੁੱਡ ਪਲੇਟਫਾਰਮ ਕਿ ਅਸੀਂ ਪੰਜਾਬੀ ਦੇ ਹੈਡ ਹੈਗੇ ਨੇ ਉਹ ਮਿਸਟਰ ਸਾਨੀ, ਤੇ ਮੈਨੂੰ ਅਸੀਂ ਕਾਫੀ ਟਾਈਮ ਤੋਂ ਉਹਨਾਂ ਨਾਲ ਗੱਲਬਾਤ ਕਰ ਰਹੇ ਸੀ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਉਹਨਾਂ ਨੇ ਵੀਰ ਜੀ ਦੇ ਸੈਮੀਨਾਰਸ ਦੇਖੇ ਨੇ ਐਂਡ ਹੀ ਇਜ਼ ਹਾਈਲੀ ਇੰਪ੍ਰੈਸਡ ਐਂਡ ਹੀ ਸੈਡ ਕਿ ਵੀ ਮੇਰੇ ਕਰੀਅਰ ਦੇ ਵਿੱਚ ਮੈਂ ਪਹਿਲੀ ਵਾਰੀ ਕੋਈ ਇਹੋ ਜਿਹਾ ਬੁਲਾਰਾ ਸੁਣਿਆ ਕਿ ਜਿਹੜਾ ਦਿਆਨਤਦਾਰੀ ਦੇ ਨਾਲ ਔਰ ਲੋਕਾਂ ਦਾ ਦਰਦ ਜਿਹੜਾ ਹੈ ਉਹ
ਵਰਲਡ ਵਾਈਡ ਸਾਂਝ ਕਰਨਾ ਚਾਹੁੰਦਾ ਹੈ ਤੇ ਕਹਿੰਦੇ ਮੈਂ ਬਿਲਕੁਲ ਪੂਰਾ ਦਿਲੋਂ ਉਦਮ ਕਰਾਂਗਾ ਤੇ ਤੁਹਾਨੂੰ ਕੋਸ਼ਿਸ਼ ਕਰਾਂਗਾ ਕਿ ਪ੍ਰਾਈਮ ਸਲॉट ਦਿਆਂ ਔਰ ਅਸੀਂ ਇਹ ਪ੍ਰੋਗਰਾਮ ਦੁਬਾਰਾ ਟੀਵੀ ਤੇ ਚਲਾਉਣ ਲਾਇਕ ਹੋਈਏ, ਜਿਹਦੇ ਵਾਸਤੇ ਅਸੀਂ ਤੁਹਾਨੂੰ ਸਾਰਿਆਂ ਨੂੰ ਫਿਰ ਰਿਕੁਐਸਟ ਕਰਾਂਗੇ ਕਿ ਵੀ ਤੁਸੀਂ ਸਾਨੂੰ ਕਿਸੇ ਵੀ ਰੂਪ ਦੇ ਵਿੱਚ ਇੱਕ ਦਿਨ ਵਾਸਤੇ, ਇੱਕ ਹਫ਼ਤੇ ਵਾਸਤੇ, ਇੱਕ ਮਹੀਨੇ ਵਾਸਤੇ ਜੇ ਚੈਨਲ ਚਲਾਉਣ ਵਾਸਤੇ ਸਾਡੀ ਸਪੋਰਟ ਕਰੋਗੇ ਤੇ ਇਹ ਮੈਸੇਜ ਇਜ਼ ਲਾਈਕ ਕੈਂਡਲਸ। ਔਰ ਲਾਸਟ ਵਾਰੀ ਵੀ ਸਾਡੀ ਇਹ ਗੱਲ ਰਹਿ ਗਈ ਸੀ ਐਂਡ ਆਈ ਥਿੰਕ ਇਟ ਇਜ਼ ਅ ਰਾਈਟ ਮੂਵਮੈਂਟ। ਮੰਮੀ ਅਕਸਰ ਇਹ ਕਹਿੰਦੇ ਸੀ ਤੇ ਮੈਂ ਵੀਰ ਜੀ ਨੂੰ ਇਹ ਮੌਕਾ ਅਵੇਲ ਕਰਨਾ ਚਾਹੁੰਦਾ ਤੇ ਰਿਕੁਐਸਟ ਕਰਨਾ ਚਾਹੁੰਦਾ ਕਿ ਉਹ ਪਲੀਜ਼ ਉਹ ਜਗਾ ਦੇ ਮੋਮਬੱਤੀਆਂ ਜਿਹੜੀ ਹੈ ਪਲੀਜ਼ ਸਾਡੇ ਨਾਲ ਇੱਕ ਵਾਰੀ ਅੱਜ ਸਾਂਝ ਕਰਨ ਤੇ ਸਾਡੇ ਨਾਲ ਆਈ ਥਿੰਕ ਮੰਮੀ ਵੀ ਸੁਣ ਰਹੇ ਨੇ। ਆਈ ਥਿੰਕ ਪਲੀਜ਼ ਜਿੰਨਾ ਵੀ ਤੁਸੀਂ ਉਹਦੇ ਵਿੱਚੋਂ ਗਾ ਸਕਦੇ ਹੋ ਵੀਰ ਜੀ। मैं रिकॉल करदा, ट्राई करदा ਜੀ सारे ਉਹਦੇ ਪੈਰਾਗ੍ਰਾਫਸ ਯਾਦ ਆਣੇ ਨਾ। ਜੀ ਮੈਂ ਤੁਹਾਨੂੰ ਦੱਸ ਦਿਆਂਗਾ ਜਿੱਥੋਂ ਤੁਸੀਂ ਜਗਾ ਦੇ ਮੋਮਬੱਤੀਆਂ ਉੱਠ, ਜਗਾ ਦੇ ਮੋਮਬੱਤੀਆਂ, ਇਹ ਤਾਂ ਇੱਥੇ ਵਗਦੀਆਂ ਹੀ ਰਹਿਣੀਆਂ, ਪੌਣਾ ਕੁਪੱਤੀਆਂ ਤੂੰ, ਜਗਾ ਦੇ ਮੋਮਬੱਤੀਆਂ ਉੱਠ, ਜਗਾ ਦੇ ਮੋਮਬੱਤੀਆਂ। नेर ना समझे के चानन डर गया है, नेर ना समझे के चानन डर गया है, रात ना सोचे के सूरज मर गया है। बाल जोता जिंदगी दे माण मतियां, जगा दे मोमबत्तियां उठ, जगा दे मोमबत्तियां, ए तां इत्थे वगदियां ही रहणियां, पौणा कुपत्तियां तूं, जगा दे मोमबत्तियां। मन्निया के राज नेरे दा हठीला, मन्निया के राज नेरे दा हठीला, पर अजे जिउंदा ए किरणा दा कबीला। पर अजे जिउंदा ए किरणा दा पेड़ पौधे कबीला, नित बाल जोता जिंदगी दे माण मतियां, जगा दे मोमबत्तियां। पौण विच नित वध रही विश तो ना डर दे, पौण विच नित वध रही विश तो ना डर दे, बिरख बूटे रोज अपना कम कर दे, बिरख बूटे रोज अपना कम कर दे, जहर नू अमृत च बदली जान पत्तियां, जगा दे मोमबत्तियां उठ, जगा दे मोमबत्तियां। वाव रोले उठदे ही रहने ने तत्ते, वाव रोले उठदे ही रहने ने तत्ते,
बिरख बूटे बावरोले उठदे ही रहने ने तत्ते पत चढ़ाने झाड़ देने आके पत्ते पत चढ़ाने झाड़ देने आके पत्ते पर इसदा मतलब ए नहीं पर इसदा मतलब ए नहीं पुंगरन ना पत्तियां जगा दे मोमबत्तियां उठ जगा दे मोमबत्तियां ए तां इत्थे वगदियां ही रहनियां पौना कुपत्तियां तू जगा दे मोमबत्तियां। ਅਸੀਂ ਵੀਰ ਜੀ ਦੇ ਬਹੁਤ ਬਹੁਤ ਧੰਨਵਾਦੀ ਹਾਂ ਔਰ ਆਈ ਥਿੰਕ this is what Gunwant Kaur Mummy has done in last 25 years being with all of us. ਉਹਨਾਂ ਦਾ ਜ਼ਿਕਰ ਬਾਰ-ਬਾਰ ਆਏਗਾ ਹੀ ਸਾਡੇ ਨਾਲ ਕਿਉਂਕਿ ਉਹਨਾਂ ਦਾ ਸਾਥ ਸਾਡੇ ਨਾਲ ਸਭ ਨਾਲ ਸੀ ਇੰਨਾ ਨਿੱਘਾ ਪਰ ਜਿਵੇਂ ਕਿ ਵੀਰ ਜੀ ਕਹਿੰਦੇ ਨੇ ਕਿ ਅਸੀਂ ਆਪਣੀ ਵੋਕੈਬਲਰੀ ਨੂੰ ਇੰਪਰੂਵ ਕਰ ਸਕਦੇ ਹਾਂ ਔਰ ਜਿੰਨਾ ਅਸੀਂ ਉਹਨਾਂ ਦੀ ਥਾਟਸ ਨੂੰ ਸੱਚ ਦੇ ਲਈ ਜੀਵਾਂਗੇ ਆਈ ਥਿੰਕ ਉਹ ਉਹਨਾਂ ਸਾਡੇ ਨਾਲ ਹੋਰ ਅਲਾਈਵ ਰਹਿਣਗੇ ਔਰ ਅਸੀਂ ਇਸੀ ਗੱਲ ਦੇ ਨਾਲ ਅੱਜ ਦਾ ਇਹ ਟੌਪਿਕ ਕੰਕਲੂਡ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਅਗਲੇ ਹਫਤੇ ਤੁਸੀਂ ਸਾਡੇ ਨਾਲ ਫਿਰ ਇਸੀ ਤਰੀਕੇ ਇਸ ਜ਼ੂਮ ਦੇ ਮਾਧਿਅਮ ਦੇ ਜ਼ਰੀਏ ਜੁੜੋਗੇ ਤੇ ਆਪਣੇ ਮਿੱਤਰਾਂ ਨਾਲ ਸਭ ਨਾਲ ਇਸ ਗੱਲ ਦੀ ਸਾਂਝ ਕਰੋਗੇ ਕਿ ਅਸੀਂ ਵੱਧ ਤੋਂ ਵੱਧ ਇਸ ਸੱਚ ਦਾ ਸੁਨੇਹਾ ਇਸ ਮੋਮਬੱਤੀ ਦੀ ਤਰ੍ਹਾਂ ਅਸੀਂ ਜਿੰਨਾ ਵੀ ਬਾਲਾਂਗੇ ਤੇ ਲੋਕਾਂ ਦੀ ਜ਼ਿੰਦਗੀ ਦਾ ਹਨੇਰਾ ਦੂਰ ਕਰ ਸਕਦੇ ਹਾਂ ਪਲੱਸ ਆਪਣਾ ਵੀ ਦੂਰ ਕਰ ਸਕਦੇ ਹਾਂ ਪਲੱਸ ਅਸੀਂ ਅੱਜ ਨਵੇਂ ਮੀਨਿੰਗ ਲੈ ਕੇ ਜਾ ਹੀ ਰਹੇ ਹਾਂ ਕਿ ਵੀ ਸਾਡੇ ਲਈ ਦਿਆਨਤਦਾਰੀ ਵਾਲੀ ਜਿਹੜੀ ਉਹ ਕਮਾਈ ਹੈ ਹੱਕ ਹਲਾਲ ਦੀ ਕਮਾਈ ਕੀ ਹੈ ਔਰ ਅਸੀਂ ਉਮੀਦ ਕਰਦੇ ਹਾਂ ਤੁਸੀਂ ਵੀ ਆਪਣੇ ਘਰ ਗੁਰਬਾਣੀ ਖੋਜੋਗੇ ਗੁਰਬਾਣੀ ਪੜ੍ਹੋਗੇ ਔਰ ਸਾਡੇ ਨਾਲ ਵੱਧ ਤੋਂ ਵੱਧ ਸਾਂਝ ਕਰੋਗੇ ਕਿਉਂਕਿ ਇਹ ਇੱਕ ਤਰਫਾ ਟ੍ਰੈਫਿਕ ਨਹੀਂ ਹੈ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਤੁਸੀਂ ਵੀ ਸਾਡੇ ਨਾਲ ਆਪਣੀ ਸਾਂਝ ਕਰੋ ਜਿਹਦੇ ਨਾਲ ਇਹ ਸਾਡਾ ਪਰਿਵਾਰ ਹੈ ਹੋਰ ਵੱਧ ਸਕਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਮਸਕਾਰ ਖੁਦਾ ਹਾਫਿਜ਼।